रेडियो वॉइस ऑफ खालसा सुन रहे सारे ਸਰੋਤਿਆਂ ਦਾ प्रोग्राम किताब संसार ਦੇ ਵਿੱਚ ਸਵਾਗਤ ਹੈ ਜੀ। ਦਾਸ ਜਰਨੈਲ ਸਿੰਘ ਚੱਕਰ ਦੀ ਫਤਿਹ ਆਪ ਸਾਰੇ ਸਰੋਤਿਆਂ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, ਪਿਛਲੇ ਦਿਨਾਂ ਤੋਂ ਜਿਹੜੀ ਅਸੀਂ ਕਿਤਾਬ ਪੜ੍ਹ ਰਹੇ ਹਾਂ ਜਿਸ ਦਾ ਨਾਮ ਹੈ ਜੀ ਸਿੱਖ ਰਾਜ ਕਿਵੇਂ ਬਣਿਆ, ਤੇ ਲੇਖਕ ਨੇ ਗਿਆਨੀ ਸੋਹਣ ਸਿੰਘ ਸੀਤਲ ਜੀ। ਇਸ ਕਿਤਾਬ ਦੇ ਅਸੀਂ 48 ਪੰਨੇ ਪੜ੍ਹ ਚੁੱਕੇ ਹਾਂ ਤੇ ਅੱਜ ਅਸੀਂ 48ਵੇਂ ਪੰਨੇ ਤੋਂ ਇਸ ਨੂੰ ਅੱਗੇ ਸ਼ੁਰੂ ਕਰਾਂਗੇ। ਸੋ ਮੈਂ ਬੇਨਤੀ ਕਰਦਾ ਜਾਵਾਂ ਕਿ ਇਸ ਪ੍ਰੋਗਰਾਮ ਦੇ ਦੌਰਾਨ ਸਾਡੇ ਜਿਹੜੇ ਸਰੋਤੇ ਨੇ ਉਹ ਸਾਨੂੰ ਕਾਲਾਂ ਨਾ ਕਰਨ, ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਤਾਬ ਨੂੰ ਬਿਲਕੁਲ ਉਸੇ ਤਰ੍ਹਾਂ ਪੜ੍ਹਨ ਦੀ ਜਿਸ ਤਰ੍ਹਾਂ ਕਿਤਾਬ ਲਿਖੀ ਗਈ ਹੈ, ਉਹਨਾਂ ਦੇ ਸ਼ਬਦਾਂ ਨੂੰ ਲਿਖਿਆ ਗਿਆ ਉਸੇ ਤਰ੍ਹਾਂ ਹੀ ਗਿਆਨੀ ਸੋਹਣ ਸਿੰਘ ਸੀਤਲ ਦੀ ਕਲਮ ਨੂੰ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ। ਆਓ ਸ਼ੁਰੂ ਕਰਦੇ ਹਾਂ ਗਿਆਨੀ ਸੋਹਣ ਸਿੰਘ ਸੀਤਲ ਦੀ ਕਲਮ ਤੋਂ ਸਿੱਖ ਰਾਜ ਕਿਵੇਂ ਬਣਿਆ। ਇਸ ਵੇਲੇ ਸਿੰਘਾਂ ਦੀ ਗਿਣਤੀ ਚੋਖੀ ਵੱਧ ਗਈ ਸੀ, ਸੋ ਸਾਰੇ ਦਲ ਦਾ ਇੱਕੋ ਥਾਂ ਪ੍ਰਬੰਧ ਕਰਨ ਵਿੱਚ ਬੜੀ ਔਖਿਆਈ ਹੁੰਦੀ ਸੀ। ਇਸ ਵਾਸਤੇ ਪੰਥ ਦੇ ਮੁਖੀ ਸਿੰਘਾਂ ਨੇ ਵਿਚਾਰ ਕਰਕੇ ਦਲ ਦੇ 2 ਹਿੱਸੇ ਕਰ ਦਿੱਤੇ, ਬੁੱਢਾ ਦਲ ਤੇ ਤਰਨਾ ਦਲ। ਤਰਨਾ ਦਲ ਨੂੰ ਅੱਗੇ 5 ਜਥਿਆਂ ਵਿੱਚ ਵੰਡ ਦਿੱਤਾ ਗਿਆ। ਨੰਬਰ 1 ਜਥਾ ਸ਼ਹੀਦਾਂ। ਇਸ ਜਥੇ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਸਨ। ਉਹਨਾਂ ਦੇ ਨਾਲ ਸਰਦਾਰ ਨੱਥਾ ਸਿੰਘ ਤੇ ਸਰਦਾਰ ਗੁਰਬਖਸ਼ ਸਿੰਘ ਪ੍ਰਸਿੱਧ ਸਰਦਾਰ ਸਨ। ਜਥਾ ਅੰਮ੍ਰਿਤਸਰੀਆਂ। ਇਸ ਦੇ ਜਥੇਦਾਰ ਸਰਦਾਰ ਕਰਮ ਸਿੰਘ ਤੇ ਸਰਦਾਰ ਧਰਮ ਸਿੰਘ ਖੱਤਰੀ ਅੰਮ੍ਰਿਤਸਰੀਏ ਸਨ। ਨੰਬਰ 3 ਇਸ ਦਾ ਜਥੇਦਾਰ ਬਾਬਾ ਕਾਹਨ ਸਿੰਘ ਤੇਹਣ ਸੀ। ਇਸ ਜਥੇ ਵਿੱਚ ਪ੍ਰਸਿੱਧ ਸਰਦਾਰ ਮੀਰੀ ਸਿੰਘ ਤੇਹਣ, ਹਰੀ ਸਿੰਘ ਢਿੱਲੋਂ ਤੇ ਬਾਗ ਸਿੰਘ ਹੱਲੋਵਾਲੀਆ ਕਲਾਲ ਸਿੰਘ। ਜਥਾ ਡੱਲੇਵਾਲੀਆਂ। ਇਸ ਦਾ ਜਥੇਦਾਰ ਸਰਦਾਰ ਦਸੌਂਦਾ ਸਿੰਘ ਗਿੱਲ ਜੱਟ ਪਿੰਡ ਕੋਟ ਬੁੱਢੇ ਦਾ ਸੀ। ਰੰਗਰੇਟੇ ਸਿੰਘਾਂ ਦਾ ਜਥਾ। ਇਸ ਵਿੱਚ ਬੀਰ ਸਿੰਘ, ਜਿਉਣ ਸਿੰਘ, ਮਦਨ ਸਿੰਘ, ਅਮਰ ਸਿੰਘ ਨਾਮੀ ਸਰਦਾਰ ਸਨ। ਇਹਨਾਂ 5 ਜਥਿਆਂ ਦੇ ਸਰਦਾਰਾਂ ਨੂੰ ਇੱਕ ਨਿਸ਼ਾਨ ਤੇ ਇੱਕ ਨਗਾਰਾ ਦੇ ਕੇ ਅੱਡੋ ਅੱਡ ਡੇਰੇ ਕਰਨ ਦਾ ਹੁਕਮ ਦਿੱਤਾ ਗਿਆ। ਫਿਰ ਸਾਰੇ ਸਿੰਘਾਂ ਨੂੰ ਕਿਹਾ ਗਿਆ ਕਿ ਜਿਸ ਸਿੰਘ ਦਾ ਜਿਸ ਸਰਦਾਰ ਨਾਲ ਦਿਲ ਮਿਲੇ ਉਹ ਉਹਦੇ ਜਥੇ ਵਿੱਚ ਜਾ ਰਲੇ। ਇਹਨਾਂ 5 ਜਥਿਆਂ ਨੇ ਰਾਮਸਰ, ਸੰਤੋਖਸਰ, ਵਿਵੇਕਸਰ ਆਦਿ ਥਾਵਾਂ ਤੇ ਡੇਰੇ ਕੀਤੇ। ਪਿੱਛੇ ਅਕਾਲ ਬੁੰਗੇ ਬੁੱਢਾ ਦਲ ਰਹਿ ਗਿਆ, ਜਿਸ ਦਾ ਜਥੇਦਾਰ ਨਵਾਬ ਕਪੂਰ ਸਿੰਘ ਸੀ। ਇਸ ਜਥੇ ਵਿੱਚ ਨਾਮਵਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਥਰਾਜ ਸਿੰਘ ਸਨ। ਸਿੰਘਾਂ ਦੀ ਗਿਣਤੀ ਵੱਧ ਜਾਣ ਕਰਕੇ ਜਾਗੀਰ ਦੀ ਆਮਦਨ ਨਾਲ ਖਰਚ ਪੂਰਾ ਨਹੀਂ ਸੀ ਹੁੰਦਾ। ਇਸ ਕਾਰਨ ਤਰਨਾ ਦਲ ਦੇ ਸਾਰੇ ਜਥੇ ਹਾਂਸੀ ਹਿਸਾਰ ਨੂੰ ਚਾਲੇ ਪਾ ਗਏ। ਪਿੱਛੇ ਅੰਮ੍ਰਿਤਸਰ ਕੇਵਲ ਬੁੱਢਾ ਦਲ ਹੀ ਰਹਿ ਗਿਆ। ਸੂਬੇਦਾਰ ਲਾਹੌਰ ਨੇ ਸਿੰਘਾਂ ਦੀ ਤਾਕਤ ਖਿੱਲਰ ਗਈ ਜਾਣ ਕੇ 1735 ਈਸਵੀ ਵਿੱਚ ਜਾਗੀਰ ਜ਼ਬਤ ਕਰ ਲਈ ਤੇ ਨਵਾਬ ਕਪੂਰ ਸਿੰਘ ਨੂੰ ਜਥੇ ਸਮੇਤ ਸਰਕਾਰੀ ਨੌਕਰੀ ਕਰਨ ਵਾਸਤੇ ਕਿਹਾ। ਸਿੰਘਾਂ ਨੇ ਇਹ ਸ਼ਰਤ ਪ੍ਰਵਾਨ ਨਾ ਕੀਤੀ। ਹੁਣ ਬੁੱਢਾ ਦਲ ਦੇ ਸਾਹਮਣੇ ਖਰਚ ਦਾ ਸਵਾਲ ਆ ਗਿਆ। ਹਰਿਮੰਦਰ ਸਾਹਿਬ ਦੇ ਚੜਾਵੇ ਤੋਂ ਤਾਂ ਖਰਚ ਪੂਰਾ ਨਹੀਂ ਸੀ ਹੁੰਦਾ ਤੇ ਨਾ ਫੌਜੀ ਸਿੰਘ ਚੜਾਵੇ ਤੋਂ ਖਰਚ ਲੈਣਾ ਹੀ ਮੰਨਦੇ ਸਨ। ਸੋ ਹਾਰ ਕੇ ਫਿਰ ਉਹਨਾਂ ਨੂੰ ਆਪਣਾ ਪਹਿਲਾ ਢੰਗ ਵਰਤਣਾ ਪਿਆ। ਇਹਨਾਂ ਹੀ ਦਿਨਾਂ ਵਿੱਚ ਸਰਕਾਰ ਦਾ ਇਸ਼ਾਰਾ ਪਾ ਕੇ ਪਿੰਡਾਂ ਦੇ ਚੌਧਰੀਆਂ ਨੂੰ ਵੀ ਸਿੰਘਾਂ ਨੂੰ ਤੰਗ ਕਰਨਾ ਆਰੰਭ ਕਰ ਦਿੱਤਾ ਸੀ। ਸਿੰਘ ਵੀ ਅੰਮ੍ਰਿਤਸਰੋਂ ਉੱਠ ਕੇ ਪਿੰਡਾਂ ਵੱਲ ਹੋ ਤੁਰੇ ਤੇ ਲੱਗੇ ਲੰਬੜਦਾਰਾਂ ਤੇ ਚੌਧਰੀਆਂ ਤੋਂ ਮਾਮਲਾ ਅਗਰਾਉਣ। ਜਿਹੜਾ ਪਿੰਡ ਡੰਗ ਦੇ ਲੰਗਰ ਜੋਗੀ ਰਸ ਦੇ ਦਿੰਦਾ ਉੱਥੋਂ ਸਿੰਘ ਅਮਨ ਨਾਲ ਅੱਗੇ ਲੰਘ ਜਾਂਦੇ ਤੇ ਜੋ ਵਿਹਰਦਾ ਉੱਥੋਂ ਬਲ ਨਾਲ ਲੁੱਟ ਲੈਂਦੇ। ਇਸ ਤਰ੍ਹਾਂ ਲਗਭਗ ਸਾਰੇ ਮਾਝੇ ਵਿੱਚ ਲੁੱਟਮਾਰ ਮਚ ਗਈ। ਇਸ ਲੁੱਟਮਾਰ ਨੂੰ ਰੋਕਣ ਵਾਸਤੇ ਤੇ ਮਾਝੇ ਨੂੰ ਸਿੰਘਾਂ ਤੋਂ ਸਾਫ਼ ਕਰਨ ਵਾਸਤੇ ਸੂਬਾ ਲਾਹੌਰ ਨੇ ਦੀਵਾਨ ਲਖਪਤ ਰਾਏ ਤੇ ਮੁਖਲਸ ਖਾਂ ਦੇ ਮਾਤਹਿਤ 10,000 ਗਸ਼ਤੀ ਫੌਜ ਇਲਾਕੇ ਵਿੱਚ ਫਿਰਨ ਵਾਸਤੇ ਨੀਅਤ ਕੀਤੀ। ਇਹ ਫੌਜ ਪਿੰਡਾਂ ਵਿੱਚ ਚੱਕਰ ਲਾਉਂਦੀ ਫਿਰਦੀ। ਜੋ ਕੋਈ
ਅੱਗੋਂ ਜ਼ਰਾ ਵੀ ਉੱਚੀ ਸਾਹ ਲੈਂਦਾ ਤਾਂ ਉਹਨੂੰ ਸਿੱਖ ਕਹਿ ਕੇ ਕਤਲ ਕਰ ਦਿੱਤਾ ਜਾਂਦਾ। ਤੰਗ ਆ ਕੇ ਸਿੰਘ ਮਾਲਵੇ ਦੇਸ਼ ਜਾ ਵੜੇ। ਨਵਾਬ ਕਪੂਰ ਸਿੰਘ ਦਾ ਡੇਰਾ ਬਰਨਾਲੇ ਜਾ ਉਤਰਿਆ, ਜੋ ਪਟਿਆਲੇ ਰਾਜ ਦੇ ਬਾਨੀ ਸਰਦਾਰ ਆਲਾ ਸਿੰਘ ਦੀ ਉਸ ਵੇਲੇ ਰਾਜਧਾਨੀ ਸੀ। ਸਰਦਾਰ ਆਲਾ ਸਿੰਘ ਨੇ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਇਆ। ਇਕੱਠੇ ਹੋਏ ਪੰਥ ਨੂੰ ਲੰਗਰ ਛਕਾਇਆ ਤੇ ਹਰ ਇੱਕ ਸਿੰਘ ਨੂੰ ਖੇਸ, ਲੂਈਆਂ ਆਦਿ ਬਸਤਰ ਭੇਟਾ ਕੀਤੇ। ਇਸ ਸਮੇਂ ਆਲਾ ਸਿੰਘ ਨੇ ਸਮੇਤ ਪਰਿਵਾਰ ਨਵਾਬ ਕਪੂਰ ਸਿੰਘ ਦੇ ਹੱਥੋਂ ਅੰਮ੍ਰਿਤ ਛਕਿਆ। ਇਸ ਦਿਨ ਤੋਂ ਸਰਦਾਰ ਆਲਾ ਸਿੰਘ ਦਾ ਪੰਥ ਵਿੱਚ ਅੱਗੇ ਨਾਲੋਂ ਵਧੇਰੇ ਆਦਰ ਹੋਣ ਲੱਗਾ। ਸਰਦਾਰ ਆਲਾ ਸਿੰਘ ਤੋਂ ਵਿਦਿਆ ਹੋ ਕੇ ਬੁੱਢਾ ਦਲ ਮਲੇਰਕੋਟਲੇ ਦੇ ਇਲਾਕੇ ਆ ਉਤਰਿਆ। ਸ਼ਰਧਾਲੂਆਂ ਤੋਂ ਨਜ਼ਰਾਂ ਲੈਂਦੇ ਤੇ ਆਕੀਆਂ ਤੋਂ ਲੁੱਟਮਾਰ ਕਰਦੇ ਹੋਏ ਸਿੰਘ ਸਰਹੰਦ ਦੇ ਉਦਾਲੇ ਜਾ ਧਮਕੇ। ਇੱਥੋਂ ਦੇ ਮੁਸਲਮ ਚੌਧਰੀਆਂ ਤੇ ਜ਼ਿਮੀਂਦਾਰਾਂ ਨੂੰ ਲੁੱਟਦੇ ਹੋਏ ਉਹ ਸਤਲੁਜ ਟੱਪ ਕੇ ਦੁਆਬਾ ਜਲੰਧਰ ਵਿੱਚ ਆ ਮਾਰ ਧਾੜ ਕਰਨ ਲੱਗੇ। ਲੋਕਾਂ ਉੱਤੇ ਸਿੰਘਾਂ ਦਾ ਇੰਨਾ ਰੋਹ ਪੈ ਗਿਆ ਕਿ ਕੋਈ ਅੱਗੋਂ ਉਭਾਸਣ ਦੀ ਦਲੇਰੀ ਨਾ ਕਰ ਸਕਦਾ। ਮੰਝ ਰਾਜਪੂਤਾਂ ਦਾ ਇਲਾਕਾ ਖਾਸ ਤੌਰ ਤੇ ਲੁੱਟਿਆ ਗਿਆ। ਇਸ ਵੇਲੇ ਬੁੱਢਾ ਦਲ ਤੇ ਤਰਨਾ ਦਲ ਦੋਵੇਂ ਆ ਇਕੱਠੇ ਹੋਏ। ਪੰਥ ਨੇ ਗੁਰਮਤਾ ਕੀਤਾ ਕਿ ਦੀਪਮਾਲਾ ਦਾ ਮੇਲਾ, ਸ੍ਰੀ ਗੋਇੰਦਵਾਲ ਸਾਹਿਬ ਦਾ ਮੇਲਾ ਗੋਇੰਦਵਾਲ ਮਨਾਇਆ ਜਾਵੇ। ਸੋ ਗੋਇੰਦਵਾਲ ਦੇ ਪੱਤਣ ਤੋਂ ਦਰਿਆ ਬਿਆਸ ਟੱਪ ਕੇ ਪਹਿਲੇ ਸਰਾਧ ਦਾ ਮੇਲਾ ਸ੍ਰੀ ਬੌਲੀ ਸਾਹਿਬ ਆ ਕੀਤਾ। ਮਾਲਵੇ ਤੇ ਦੁਆਬੇ ਵਿੱਚੋਂ ਸਿੰਘ ਚੰਗੇ ਹੱਥ ਰੰਗ ਕੇ ਆਏ ਸਨ, ਸੋ ਗੁਰਦੁਆਰੇ ਦੀ ਸੇਵਾ ਦਿਲ ਖੋਲ੍ਹ ਕੇ ਕੀਤੀ। ਇੱਥੋਂ ਚੱਲ ਕੇ ਚੌਥੇ ਪੰਜਵੇਂ ਸਰਾਧ ਦਾ ਮੇਲਾ ਖਡੂਰ ਸਾਹਿਬ ਕੀਤਾ। ਇੱਥੋਂ ਵਿਹਲੇ ਹੋ ਕੇ ਸਿੰਘ ਸ੍ਰੀ ਤਰਨਤਾਰਨ ਸਾਹਿਬ ਆ ਬੈਠੇ। ਤਰਨਾ ਦਲ ਤਾਂ ਇੱਥੇ ਹੀ ਰਿਹਾ ਤੇ ਬੁੱਢਾ ਦਲ ਬਾਸਰ ਕੀ ਬੀੜ ਵਿੱਚ ਜਾ ਉਤਰਿਆ। ਇਹ ਖਬਰ ਲਾਹੌਰ ਸੂਬੇਦਾਰ ਖਾਨ ਬਹਾਦਰ ਨੂੰ ਪੁੱਜੀ ਤਾਂ ਉਹਨੇ 7000 ਫੌਜ ਦੇ ਕੇ ਦੀਵਾਨ ਲਖਪਤ ਰਾਏ, ਹੈਬਤ ਖਾਂ, ਸਲਾਬਤ ਖਾਂ, ਕੁਤਬਦੀਨ ਆਦਿ ਜਰਨੈਲਾਂ ਨੂੰ ਸਿੰਘਾਂ ਉੱਤੇ ਹਮਲਾ ਕਰਨ ਵਾਸਤੇ ਭੇਜਿਆ। ਉਹਨਾਂ ਚੁੱਪ ਕੀਤੇ ਬੈਠੇ ਸਿੰਘਾਂ ਉੱਤੇ ਬਾਸਰ ਕੀ ਹੱਲਾ ਬੋਲ ਦਿੱਤਾ। ਬੜਾ ਘਮਸਾਨ ਦਾ ਯੁੱਧ ਹੋਇਆ। ਸਿੰਘ ਭਾਵੇਂ ਗਿਣਤੀ ਵਿੱਚ ਥੋੜੇ ਸਨ, ਪਰ ਬੜੀ ਬਹਾਦਰੀ ਨਾਲ ਲੜੇ। ਕੁਤਬਦੀਨ ਤੇ ਸਲਾਬਤ ਖਾਂ ਲੜਾਈ ਵਿੱਚ ਮਾਰੇ ਗਏ। ਦੋਹਾਂ ਜਰਨੈਲਾਂ ਦੇ ਮਰਨ ਨਾਲ ਸ਼ਾਹੀ ਫੌਜ ਦੇ ਹੌਸਲੇ ਟੁੱਟ ਗਏ। ਪਰ ਐਨ ਉਸੇ ਵੇਲੇ ਸਮੁੰਦ ਖਾਂ ਸੱਜਰ ਸ਼ਾਹ ਫੌਜ ਲੈ ਕੇ ਆ ਪੁੱਜਾ। ਹੁਣ ਸਿੰਘਾਂ ਨੇ ਲੜਾਈ ਵਿੱਚੋਂ ਖਿਸਕ ਜਾਣ ਵਿੱਚ ਹੀ ਭਲਾਈ ਸਮਝੀ। ਉਹ ਲੜਦੇ ਲੜਾਉਂਦੇ ਖੇਮਕਰ ਨੂੰ ਨਿਕਲ ਗਏ। ਇਹ ਲੜਾਈ 27 ਕੱਤਕ 1793 ਬਿਕਰਮੀ ਨੂੰ ਹੋਈ। ਸ਼ਾਹੀ ਫੌਜ ਵੀ ਸਿੰਘਾਂ ਦੇ ਮਗਰ ਹੋ ਤੁਰੀ। ਖੇਮਕਰਨ ਕੋਲ ਤਰਨਾ ਦਲ ਵੀ ਬੁੱਢਾ ਦਲ ਨਾਲ ਜਾ ਮਿਲਿਆ। ਹੁਣ ਦੋਵੇਂ ਦਲ ਇਕੱਠੇ ਹੋ ਕੇ ਚੂਣੀਆਂ ਦੇ ਇਲਾਕੇ ਵਿੱਚ ਜਾ ਪਹੁੰਚੇ। ਅੱਗੇ ਅੱਗੇ ਸਿੱਖ ਤੇ ਮਗਰ ਮਗਰ ਸ਼ਾਹੀ ਫੌਜ ਆ ਰਹੀ ਸੀ। ਅੰਤ ਹੁਜ਼ਰਾ ਸ਼ਾਹ ਮੁਕੀਮ ਕੋਲ ਦੋਹਾਂ ਦਲਾਂ ਦਾ ਫਿਰ ਟੱਕਰਾ ਹੋ ਪਿਆ। ਸਿੱਖਾਂ ਦੇ ਦਿਲਾਂ ਵਿੱਚ ਬਾਸਰਕੀ ਦੀ ਹਾਰ ਦਾ ਬੜਾ ਗੁੱਸਾ ਸੀ, ਸੋ ਉਹ ਇਸ ਬਹਾਦਰੀ ਨਾਲ ਲੜੇ ਕਿ ਸ਼ਾਹੀ ਫੌਜ ਹਜ਼ਾਰਾਂ ਸਿਪਾਹੀ ਤੇ ਜਮਾਲ ਖਾਂ, ਤਤਾਰ ਖਾਂ, ਦੁਨੀ ਚੰਦ ਵਰਗੇ ਜਰਨੈਲ ਮਰਵਾ ਕੇ ਲਾਹੌਰ ਨੱਸ ਗਈ। ਖਾਲਸੇ ਨੂੰ ਪੂਰੀ ਫਤਿਹ ਪ੍ਰਾਪਤ ਹੋਈ ਤੇ ਹਾਰੀ ਹੋਈ ਸ਼ਾਹੀ ਫੌਜ ਦੇ ਡੇਰੇ ਵਿੱਚੋਂ ਹਜ਼ਾਰਾਂ ਰੁਪਏ ਦਾ ਸਮਾਨ ਹੱਥ ਆਇਆ। ਇੱਥੋਂ ਸਿੰਘਾਂ ਨੇ ਫੇਰ ਅੰਮ੍ਰਿਤਸਰ ਨੂੰ ਮੂੰਹ ਕਰ ਲਿਆ। ਉਹ ਇਲਾਕੇ ਵਿੱਚੋਂ ਆਕੀਆਂ ਨੂੰ ਸੋਧਦੇ ਹੋਏ ਮਾਝੇ ਵਿੱਚ ਦੀ ਆ ਰਹੇ ਸਾਂਝਾਂ ਸਮੁੰਦ ਖਾਂ ਲਾਹੌਰੋਂ ਹੋਰ ਸੱਜਰ ਸ਼ਾਹ ਫੌਜ ਲੈ ਕੇ ਆ ਚੜਿਆ। ਇਸ ਫੌਜ ਦਾ ਟਾਕਰਾ ਕਰਨ ਦੀ ਥਾਂ ਸਿੰਘ ਰਿਆੜਕੀ ਨੂੰ ਨਿਕਲ ਗਏ ਤੇ ਕਲਾਨੌਰ, ਗੁਰਦਾਸਪੁਰ, ਪਠਾਨਕੋਟ ਜਾ ਲੁੱਟੇ। ਫਿਰ ਦਰਿਆ ਰਾਵੀ ਟੱਪ ਕੇ ਸਿੰਘਾਂ ਪਸਰੂਰ, ਸਿਆਲਕੋਟ, ਵਜ਼ੀਰਾਬਾਦ ਤੇ ਇਲਾਕਿਆਂ ਵਿੱਚ ਜਾ ਲੁੱਟ ਮਚਾਈ। ਇਸ ਗੜਬੜ ਤੋਂ ਖਾਨ ਬਹਾਦਰ ਜ਼ਕਰੀਆ ਖਾਂ ਸੂਬੇਦਾਰ ਲਾਹੌਰ ਤੰਗ ਆ ਗਿਆ। ਉਹਨੇ ਮੁੱਲਾ ਕਾਜ਼ੀਆਂ ਨੂੰ ਸੱਦ ਕੇ ਪੁੱਛਿਆ ਕਿ ਹਜ਼ਾਰਾਂ ਰੋਜ਼ ਕਤਲ ਹੋਣ ਤੇ ਵੀ ਸਿੰਘ ਵੱਧਦੇ ਜਾਂਦੇ ਹਨ, ਇਹਦਾ ਕੀ ਕਾਰਨ ਹੈ? ਅੱਗੋਂ ਉਹਨਾਂ ਜਵਾਬ ਦਿੱਤਾ ਕਿ ਇਹਨਾਂ ਦਾ ਗੁਰੂ ਅੰਮ੍ਰਿਤਸਰ ਦੇ ਤਾਲਾਬ ਵਿੱਚ ਆਬੇ ਹਯਾਤ ਪਾ ਗਿਆ ਹੈ। ਉੱਥੋਂ ਇਸ਼ਨਾਨ ਕਰਕੇ ਤੇ ਆਬੇ ਹਯਾਤ ਪੀ ਕੇ ਸਿੰਘ ਅਮਰ ਹੋ ਜਾਂਦੇ ਨੇ। ਸਿੰਘਾਂ ਦਾ ਅੰਮ੍ਰਿਤਸਰ ਜਾਣਾ ਬੰਦ ਕਰ ਦਈਏ ਤਾਂ ਇਹ ਆਪ ਹੀ ਮੁੱਕ ਜਾਣਗੇ। ਇਹ ਦਲੀਲ ਸੁਣ ਕੇ ਖਾਨ ਬਹਾਦਰ ਨੇ ਕਾਜ਼ੀ ਅਬਦੁਲ ਰਹਿਮਾਨ ਤੇ ਮੁਹੰਮਦ ਬਖਸ਼ ਨੂੰ 2000 ਫੌਜ ਦੇ ਕੇ ਅੰਮ੍ਰਿਤਸਰ ਤੇ ਕਬਜ਼ਾ ਕਰਨ ਭੇਜਿਆ। ਉਹਨਾਂ ਆਉਂਦਿਆਂ ਹੀ ਸ਼ਹਿਰ ਤੇ ਕਬਜ਼ਾ ਕਰ ਲਿਆ ਤੇ ਸਰੋਵਰ ਦੇ ਉਦਾਲੇ ਸਖਤ ਪਹਿਰਾ ਲਾ ਦਿੱਤਾ
ਤਾਂ ਜੋ ਕੋਈ ਸਿੱਖ ਉਸ ਵਿੱਚ ਇਸ਼ਨਾਨ ਨਾ ਕਰ ਸਕੇ ਜਾਂ ਉੱਥੋਂ ਅੰਮ੍ਰਿਤ ਨਾ ਪੀ ਸਕੇ। ਇਸ ਵੇਲੇ ਭਾਈ ਮਨੀ ਸਿੰਘ ਜੀ ਤੇ ਉਹਦੇ ਥੋੜ੍ਹੇ ਜਿਹੇ ਸਾਥੀ ਸੰਤਾਂ ਫਕੀਰਾਂ ਤੋਂ ਬਿਨਾਂ ਹੋਰ ਕੋਈ ਸਿੰਘ ਅੰਮ੍ਰਿਤਸਰ ਨਹੀਂ ਸੀ ਆ ਜਾ ਸਕਦਾ। ਕਾਜ਼ੀ ਨੇ ਇੱਕ ਦਿਨ ਆਮ ਲੋਕਾਂ ਵਿੱਚ ਖਲੋ ਕੇ ਕਿਹਾ ਕਿ ਕੋਈ ਸਿੱਖ ਹੁਣ ਅੰਮ੍ਰਿਤਸਰ ਵਿੱਚ ਇਸ਼ਨਾਨ ਕਰ ਜਾਏ ਤਾਂ ਮੈਂ ਉਹਨੂੰ ਸਿੰਘ ਸਮਝਾਂ, ਨਹੀਂ ਤਾਂ ਇਹ ਸਾਰੇ ਗਿੱਦੜ ਹਨ ਜੋ ਕੇਵਲ ਨਾਮ ਨੂੰ ਹੀ ਸਿੰਘ ਹਨ। ਉੜਦੀ ਉੜਦੀ ਇਹ ਗੱਲ ਖਾਲਸਾ ਦਲ ਵਿੱਚ ਜਾ ਪੁੱਜੀ। ਸਰਦਾਰ ਸੁੱਖਾ ਸਿੰਘ ਤਖਾਣ ਮਾੜੀ ਕੰਬੋਕੀ ਤੇ ਸਰਦਾਰ ਥਰਾਜ ਸਿੰਘ ਭਾਈ ਮਨੀ ਸਿੰਘ ਜੀ ਦਾ ਭਤੀਜਾ 50 ਸਿੰਘਾਂ ਦੇ ਜਥੇ ਸਣੇ ਅੰਮ੍ਰਿਤਸਰ ਇਸ਼ਨਾਨ ਕਰਨ ਵਾਸਤੇ ਤਿਆਰ ਹੋ ਗਏ। ਉਹਨਾਂ ਬਾਕੀ ਜਥੇ ਨੂੰ ਗਿਲਵਾਲੀ ਦਰਵਾਜ਼ਿਓਂ ਬਾਹਰ ਖਿਲਾਰ ਦਿੱਤਾ ਤੇ ਆਪ ਦੋਵੇਂ ਭੇਸ ਬਦਲ ਕੇ ਸਰੋਵਰ ਤੇ ਜਾ ਪੁੱਜੇ। ਅਜੇ ਅੰਮ੍ਰਿਤ ਵੇਲਾ ਹੀ ਸੀ। ਸ਼ਾਹੀ ਸੈਨਾ ਦੇ ਸਿਪਾਹੀ ਆਪੋ ਆਪਣੇ ਤੰਬੂਆਂ ਵਿੱਚ ਸੁੱਤੇ ਪਏ ਸਨ। ਦੋਹਾਂ ਸਿੰਘਾਂ ਨੇ ਇਸ਼ਨਾਨ ਕੀਤਾ ਤੇ ਜਕਾਰੇ ਛੱਡਦੇ ਘੋੜਿਆਂ ਤੇ ਸਵਾਰ ਹੋ ਕੇ ਆਪਣੇ ਜਥੇ ਵਿੱਚ ਆ ਰਲੇ। ਜਕਾਰੇ ਸੁਣ ਕੇ ਮੁਸਲਮਾਨ ਫੌਜ ਵਿੱਚ ਹਲਚਲ ਮਚ ਗਈ। ਉਹ ਸਿੰਘ ਆ ਪਏ ਕਹਿੰਦੇ ਹੋਏ ਜਿਸ ਪਾਸੇ ਮੂੰਹ ਹੋਇਆ ਉੱਠ ਨਸੇ। ਕਾਜ਼ੀ ਅਬਦੁਲ ਰਹਿਮਾਨ ਵੀ ਘਬਰਾ ਗਿਆ, ਪਰ ਦੂਜਿਆਂ ਤੋਂ ਆਪਣਾ ਡਰ ਲੁਕਾਉਣ ਵਾਸਤੇ ਬਦਲੇ ਹੱਲਾਸ਼ੇਰੀ ਦੇਣ ਲੱਗਾ ਕਿ ਸਿੰਘ ਥੋੜੇ ਹੀ ਨੇ, ਤਕੜੇ ਹੋ ਕੇ ਫੜ ਲਓ। ਸਿੰਘ ਜੇ ਚੁੱਪ ਕਰਕੇ ਖਿਸਕਣਾ ਚਾਹੁੰਦੇ ਤਾਂ ਜਾ ਸਕਦੇ ਸਨ, ਪਰ ਉਹਨਾਂ ਇਹ ਮਤਾ ਪਾਸ ਕੀਤਾ ਕਿ ਹੁਣ ਆਏ ਹਾਂ ਤਾਂ ਖਾਲੀ ਹੱਥ ਨਾ ਮੁੜੀਏ। ਕੁਝ ਸਿੰਘਾਂ ਵਾਲਾ ਕੰਮ ਕਰਕੇ ਹੀ ਚਲੀਏ। ਉਹਨਾਂ ਗਿੱਲ ਵਾਲੀ ਦਰਵਾਜ਼ਿਓਂ ਬਾਹਰ ਜਕਾਰੇ ਛੱਡੇ। ਸੁਣ ਕੇ ਕਾਜ਼ੀ ਤੇ ਉਹਦਾ ਪੁੱਤਰ ਫੌਜ ਲੈ ਕੇ ਉਸੇ ਪਾਸੇ ਵੱਲ ਵਧੇ। ਉਹ ਡੇਰਿਓਂ ਬਾਹਰ ਨਿਕਲੇ ਹੀ ਸਨ ਜਾਂ ਸਿੰਘ ਸ਼ੇਰਾਂ ਵਾਂਗ ਝੱਟ ਕਰਕੇ ਆ ਪਏ। ਥੋੜਾ ਜਿਹਾ ਚਿਰ ਚੰਗੀ ਲੜਾਈ ਹੋਈ। ਸ਼ਾਹੀ ਸੈਨਾ ਵਿੱਚੋਂ 100 ਦੇ ਲਗਭਗ ਸਿਪਾਹੀ ਫੱਟੜ ਹੋਏ ਜਾਂ ਮਾਰੇ ਗਏ। ਮਰਨ ਵਾਲਿਆਂ ਵਿੱਚ ਕਾਜ਼ੀ ਅਬਦੁਲ ਰਹਿਮਾਨ ਤੇ ਉਸਦਾ ਪੁੱਤਰ ਵੀ ਸਨ। ਚਾਨਣ ਹੋਣ ਤੋਂ ਪਹਿਲਾਂ ਹੀ ਸਿੰਘ ਭੱਜ ਕੇ ਫਿਰ ਜੰਗਲ ਵਿੱਚ ਜਾ ਵੜੇ। ਇਹ ਖਬਰ ਲਾਹੌਰ ਪੁੱਜੀ ਤਾਂ ਖਾਨ ਬਹਾਦਰ ਨੇ ਗਸ਼ਤੀ ਫੌਜ ਦੀ ਗਿਣਤੀ ਵਧਾ ਦਿੱਤੀ ਤੇ ਉਹਦੇ ਅਫਸਰਾਂ ਨੂੰ ਸਖਤੀ ਦੇ ਹੁਕਮ ਦਿੱਤੇ। ਸਿੰਘ ਸਮਾਂ ਵਿਚਾਰ ਕੇ ਮਾਲਵੇ ਨੂੰ ਚਲੇ ਗਏ ਤੇ ਲੁੱਟਮਾਰ ਕਰਦੇ ਹਾਂਸੀ ਹਿਸਾਰ ਤੱਕ ਜਾ ਪੁੱਜੇ। ਪਿੱਛੋਂ ਮਾਝੇ ਤੇ ਰਿਆੜਕੀ ਵਿੱਚ ਗਸ਼ਤੀ ਫੌਜ ਨੇ ਸਿੱਖਾਂ ਦੇ ਸਾਖ ਸੰਬੰਧੀ ਬੁਰੀ ਤਰ੍ਹਾਂ ਲੁੱਟੇ। ਇਹ ਘਟਨਾਵਾਂ ਸੰਮਤ 1794 ਬਿਕਰਮੀ ਦੀਆਂ ਹਨ। ਦੀਵਾਨ ਲਖਪਤ ਰਾਏ ਨੂੰ ਸੂਬੇਦਾਰ ਨੇ ਅੰਮ੍ਰਿਤਸਰ ਦਾ ਪ੍ਰਬੰਧ ਕਰਨ ਵਾਸਤੇ ਭੇਜਿਆ। ਉਹਨੇ ਅੰਮ੍ਰਿਤ ਸਰੋਵਰ ਵਿੱਚ ਮਿੱਟੀ ਸੁਟਾ ਕੇ ਬਹੁਤ ਸਾਰਾ ਪੂਰ ਦਿੱਤਾ ਤੇ ਉੱਥੋਂ ਦਾ ਅਫਸਰ ਕਾਜ਼ੀ ਅਬਦੁਲ ਰਜ਼ਾਕ ਨੂੰ ਥਾਪਿਆ। ਇੰਨੀਆਂ ਗੜਬੜਾਂ ਵਿੱਚ ਵੀ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਵਿੱਚ ਟਿਕੇ ਰਹੇ। ਉਹ ਨਿਰਮਲੇ ਸੰਤਾਂ ਦੇ ਭੇਸ ਵਿੱਚ ਰਹਿੰਦੇ ਸਨ। ਅਸਲ ਵਿੱਚ ਨਿਰਮਲੇ ਸੰਤਾਂ ਦੀ ਪ੍ਰਣਾਲੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟਕਸਾਲੀ ਅਰਥ ਚੱਲੇ ਹੀ ਭਾਈ ਮਨੀ ਸਿੰਘ ਜੀ ਤੋਂ ਸਨ। ਭਾਈ ਸਾਹਿਬ ਸਾਰੇ ਕੱਪੜੇ ਕਸ਼ਹਿਰਾ ਚੋਖਾ ਤੇ ਦਸਤਾਰ ਸਫੈਦ ਪਹਿਨਿਆ ਕਰਦੇ ਸਨ। ਉਹਨਾਂ ਦੀ ਸਫੈਦ ਤੇ ਸਿੱਧੀ ਦਸਤਾਰ ਤੋਂ ਮੁਸਲਮਾਨਾਂ ਨੂੰ ਕਾਫੀ ਭੁਲੇਖਾ ਲੱਗਦਾ ਸੀ, ਕਿਉਂਕਿ ਫੌਜੀ ਸਿੰਘ ਨੋਕਦਾਰ ਨੀਲੀ ਦਸਤਾਰ ਪਹਿਨਿਆ ਕਰਦੇ ਸਨ। ਭਾਈ ਸਾਹਿਬ ਜੀ ਕੋਲ ਹਰ ਵੇਲੇ 15-20 ਹਿੰਦੂ, ਸਿੱਖ, ਸੰਤ ਤੇ ਮੁਸਲਮਾਨ ਫਕੀਰ ਟਿਕੇ ਰਹਿੰਦੇ ਸਨ। ਆਪ ਹਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸੰਗਤਾਂ ਨੂੰ ਸੁਣਾਉਂਦੇ ਰਹਿੰਦੇ ਸਨ। ਗੁਰੂ ਕਾ ਲੰਗਰ ਹਰ ਵੇਲੇ ਹਰ ਪ੍ਰਾਣੀ ਮਾਤਰ ਵਾਸਤੇ ਵਰਤਦਾ ਰਹਿੰਦਾ ਸੀ। ਇਹਨਾਂ ਕਾਰਨਾਂ ਕਰਕੇ ਹਾਕਮ ਭਾਈ ਸਾਹਿਬ ਨੂੰ ਸਭ ਦਾ ਸਾਂਝਾ ਫਕੀਰ ਸਮਝ ਕੇ ਕੁਝ ਨਹੀਂ ਕਹਿੰਦੇ ਸਨ। ਸਿੱਖ ਇਤਿਹਾਸ ਦੇ ਪ੍ਰਸਿੱਧ ਲਿਖਾਰੀ ਪੰਥ ਪ੍ਰਕਾਸ਼ ਤੇ ਤਵਾਰੀਖ ਗੁਰੂ ਖਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਪੜਪੋਤਰੇ ਸਨ। ਗਿਆਨੀ ਜੀ ਭਾਈ ਸਾਹਿਬ ਜੀ ਦੀ ਸਾਖੀ ਪੰਥ ਪ੍ਰਕਾਸ਼ ਵਿੱਚ ਬੜੇ ਵਿਸਥਾਰ ਨਾਲ ਲਿਖਦੇ ਨੇ। ਗੁਰੂ ਤੇਗ ਬਹਾਦਰ ਜੀ ਪਿੰਡ ਅਕੋਈ ਉਤਰੇ ਹੋਏ ਸਨ ਜਾਂ ਪਿੰਡ ਕੈਬੋਵਾਲ ਸ਼ਹਿਰ ਸੁਨਾਮ ਦੇ ਕੋਲ ਦਾ ਸਿੱਖ ਭਾਈ ਕੱਲਾ ਆਪਣੇ ਪੁੱਤਰਾਂ ਮਨੀਆਂ ਤੇ ਗਨਾਈਆਂ ਸਣੇ ਗੁਰੂ ਜੀ ਨੂੰ ਮੱਥਾ ਟੇਕਣ ਆਇਆ। ਦਸ਼ਮੇਸ਼ ਜੀ ਪਟਨੇ ਸਾਹਿਬ ਤੋਂ ਅਨੰਦਪੁਰ ਆਏ ਤਾਂ ਭਾਈ ਕੱਲਾ ਆਪਣੇ ਪੁੱਤਰ ਮਨੀਏ ਨੂੰ ਗੁਰੂ ਸਾਹਿਬ ਪਾਸ ਸੌਂਪ ਆਇਆ। ਮਨੀਏ ਦੀ ਉਮਰ ਉਸ ਵੇਲੇ 7 ਸਾਲ ਦੀ ਸੀ, ਭਾਵ ਦਸ਼ਮੇਸ਼ ਜੀ ਤੋਂ 2 ਸਾਲ ਵੱਡੀ। ਭਾਈ ਮਨੀਆ ਹਜ਼ੂਰ ਦਾ ਬਾਲ ਸਿਖਾਈ ਸੀ। ਜਦ ਗੁਰੂ ਜੀ ਨੇ ਖਾਲਸੇ ਦੀ ਰਚਨਾ ਕੀਤੀ, ਭਾਈ ਮਨੀਆ ਵੀ ਅੰਮ੍ਰਿਤ ਛਕ ਕੇ ਮਨੀ ਸਿੰਘ ਬਣ ਗਿਆ। ਜਦ ਅੰਮ੍ਰਿਤਸਰ ਅਨੰਦਪੁਰ ਸਾਹਿਬ ਛੱਡਿਆ ਤਾਂ ਭਾਈ ਮਨੀ ਸਿੰਘ ਜੀ ਗੁਰੂ ਕੇ ਮਹਿਲਾਂ ਨਾਲ ਦਿੱਲੀ ਚਲੇ ਗਏ। ਮੁਕਤਸਰ ਯੁੱਧ ਪਿੱਛੋਂ ਮਾਤਾ ਸਾਹਿਬ ਦੇਵਾ ਨਾਲ ਭਾਈ ਮਨੀ ਸਿੰਘ ਜੀ ਗੁਰੂ ਮਹਾਰਾਜ ਨੂੰ ਦਮਦਮਾ ਸਾਹਿਬ ਆ ਮਿਲੇ।
ਹਜੂਰ ਨੰਦੇੜ ਨੂੰ ਗਏ ਤਾਂ ਮਨੀ ਸਿੰਘ ਵੀ ਨਾਲ ਗਿਆ। ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਭਾਈ ਮਨੀ ਸਿੰਘ ਮਾਤਾ ਸਾਹਿਬ ਦੇਵਾਂ ਨਾਲ ਦਿੱਲੀ ਆ ਗਿਆ। 1721 ਈਸਵੀ ਵਿੱਚ ਮਾਤਾ ਸੁੰਦਰੀ ਜੀ ਨੇ ਮਨੀ ਸਿੰਘ ਨੂੰ ਅੰਮ੍ਰਿਤਸਰ ਹਰਿਮੰਦਰ ਸਾਹਿਬ ਦਾ ਗ੍ਰੰਥੀ ਨਿਯਤ ਕਰਕੇ ਤੱਤ ਖਾਲਸੇ ਤੇ ਬੰਦਈਆਂ ਦਾ ਝਗੜਾ ਨਿਬੇੜਨ ਵਾਸਤੇ ਭੇਜਿਆ। ਉਸ ਸਮੇਂ ਤੋਂ ਸ਼ਹੀਦੀ ਤੱਕ ਆਪ ਹਰਿਮੰਦਰ ਸਾਹਿਬ ਦੇ ਗ੍ਰੰਥੀ ਰਹੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੀ ਮਰਿਆਦਾ ਆਪ ਤੋਂ ਚੱਲੀ ਹੈ। ਇੱਕ ਵਾਰ ਆਪ ਜੀ ਦਾ ਭਰਾ ਨਗਾਈਆ ਸਿੰਘ ਸਣੇ ਪਰਿਵਾਰ ਅੰਮ੍ਰਿਤਸਰ ਆਇਆ। ਉਸ ਦੇ 7 ਪੁੱਤਰਾਂ ਅਗੜ ਸਿੰਘ, ਥਰਾਜ ਸਿੰਘ, ਦਰਗਾਹਾ ਸਿੰਘ, ਰੂਗਾ ਸਿੰਘ, ਬਖਤ ਸਿੰਘ, ਸੁਜਾਨ ਸਿੰਘ ਤੇ ਮਨੀ ਸਿੰਘ ਜੀ ਪਾਸੋਂ ਅੰਮ੍ਰਿਤ ਛਕਿਆ। ਪਹਿਲੇ ਤਿੰਨੇ ਤਾਂ ਭਾਈ ਸਾਹਿਬ ਜੀ ਦੇ ਕੋਲ ਅੰਮ੍ਰਿਤਸਰ ਹੀ ਰਹੇ ਤੇ ਬਾਕੀ ਚਾਰੇ ਆਪਣੇ ਪਿਤਾ ਨਾਲ ਵਾਪਸ ਪਿੰਡ ਚਲੇ ਗਏ। ਪਿੱਛੋਂ ਥਰਾਜ ਸਿੰਘ ਨਵਾਬ ਕਪੂਰ ਸਿੰਘ ਦੇ ਜਥੇ ਵਿੱਚ ਰਲ ਗਿਆ ਤੇ ਦਰਗਾਹਾ ਸਿੰਘ ਅੰਤ ਸਮੇਂ ਤੱਕ ਭਾਈ ਮਨੀ ਸਿੰਘ ਜੀ ਦੀ ਸੇਵਾ ਵਿੱਚ ਰਿਹਾ। ਦੀਵਾਨ ਲਖਪਤ ਰਾਏ ਤੇ ਕਾਜ਼ੀ ਅਬਦੁਲ ਰਜ਼ਾਕ ਦੇ ਕਰੜੇ ਪ੍ਰਬੰਧ ਦੇ ਕਾਰਨ ਸਿੰਘਾਂ ਦਾ ਅੰਮ੍ਰਿਤਸਰ ਆਉਣਾ ਜਾਣਾ ਅਸਲੋਂ ਬੰਦ ਹੋ ਗਿਆ ਸੀ। ਭਾਈ ਮਨੀ ਸਿੰਘ ਜੀ ਦੀ ਆਤਮਾ ਨੂੰ ਇਹ ਦੁੱਖ ਅਸਹਿ ਹੋ ਰਿਹਾ ਸੀ। ਉਹਨਾਂ ਦੀ ਦਿਲੀ ਰੀਝ ਸੀ ਕਿ ਕਿਸੇ ਬਹਾਨੇ ਅੰਮ੍ਰਿਤਸਰ ਵਿੱਚ ਪੰਥ ਦਾ ਇਕੱਠ ਕੀਤਾ ਜਾਏ। ਇਸ ਕਾਰਜ ਵਾਸਤੇ ਉਹਨਾਂ ਅੰਮ੍ਰਿਤਸਰ ਦੇ ਹਾਕਮ ਕਾਜ਼ੀ ਅਬਦੁਲ ਰਜ਼ਾਕ ਨਾਲ ਮਿਲਾਪ ਕੀਤਾ। ਫੈਸਲਾ ਇਹ ਹੋਇਆ ਕਿ ਭਾਈ ਮਨੀ ਸਿੰਘ ਜੀ ਦੀਪਮਾਲਾ ਦਾ ਮੇਲਾ ਕਰਨ ਬਦਲੇ 5000 ਰੁਪਏ ਠੇਕੇ ਵਜੋਂ ਸਰਕਾਰ ਨੂੰ ਦੇਣ ਤੇ 2000 ਵੱਡੀ ਵਜੋਂ ਕਾਜ਼ੀ ਅਬਦੁਲ ਰਜ਼ਾਕ ਨੂੰ। 10 ਦਿਨ ਮੇਲਾ ਹੋਣਾ ਨਿਯਤ ਹੋਇਆ। ਇਹ ਵੀ ਫੈਸਲਾ ਹੋਇਆ ਕਿ ਸਿੰਘਾਂ ਦੇ ਅੰਮ੍ਰਿਤਸਰ ਆਉਣ ਉੱਤੇ ਸਰਕਾਰ ਵੱਲੋਂ ਕੋਈ ਰੁਕਾਵਟ ਨਹੀਂ ਹੋਏਗੀ। ਭਾਈ ਸਾਹਿਬ ਦਾ ਖਿਆਲ ਸੀ ਕਿ ਬੇਅੰਤ ਸੰਗਤਾਂ ਇਕੱਠੀਆਂ ਹੋਣਗੀਆਂ ਤੇ ਲੋੜ ਅਨੁਸਾਰ ਚੜਾਵਾ ਆ ਜਾਏਗਾ। ਸੋ 7000 ਹਾਕਮਾਂ ਨੂੰ ਦੇ ਕੇ ਬਚੇ ਚੜਾਵੇ ਨਾਲ ਹਰਿਮੰਦਰ ਸਾਹਿਬ ਦੀ ਸੇਵਾ ਕੀਤੀ ਜਾਏਗੀ। ਉਹਨਾਂ ਦੂਰ ਨੇੜੇ ਸੰਗਤਾਂ ਤੇ ਜਥਿਆਂ ਨੂੰ ਚਿੱਠੀਆਂ ਭੇਜ ਦਿੱਤੀਆਂ। ਉਧਰ ਉੱਥੇ ਵਸਣ ਵਾਲੇ ਸੰਤਾਂ ਤੇ ਹੋਰ ਸ਼ਰਧਾਲੂਆਂ ਨੇ ਸਰੋਵਰ ਵਿੱਚੋਂ ਮਿੱਟੀ ਕੱਢ ਕੇ ਖੂਹ ਜੋ ਕੇ ਪਾਣੀ ਭਰ ਦਿੱਤਾ। ਮੇਲੇ ਦੀ ਤਿਆਰੀ ਬੜੇ ਉਤਸ਼ਾਹ ਨਾਲ ਹੋਣ ਲੱਗੀ। ਲਾਹੌਰ ਦੇ ਹਾਕਮਾਂ ਦੀ ਨੀਅਤ ਬਦਲ ਗਈ। ਉਹਨਾਂ ਨੂੰ ਇਹ ਬੁਰੀ ਸੋਚ ਸੁੱਝੀ ਕਿ ਮੇਲੇ ਉੱਤੇ ਸਾਰੇ ਸਿੰਘ ਸਰਦਾਰ ਇਕੱਠੇ ਹੋਣਗੇ, ਕਿਉਂ ਨਾ ਉਹਨਾਂ ਸਾਰਿਆਂ ਨੂੰ ਇੱਥੋਂ ਫੜ ਕੇ ਦਿੱਲੀ ਭੇਜ ਦਿੱਤਾ ਜਾਵੇ। ਸੋ ਉਹਨਾਂ ਮੇਲੇ ਦਾ ਪ੍ਰਬੰਧ ਕਰਨ ਦੇ ਬਹਾਨੇ ਲੋੜ ਤੋਂ ਕਿਤੇ ਵੱਧ ਫੌਜ ਅੰਮ੍ਰਿਤਸਰ ਭੇਜ ਦਿੱਤੀ। ਫੌਜ ਦੀ ਬਹੁ ਗਿਣਤੀ ਤੇ ਨਵੇਂ ਆਏ ਅਫਸਰਾਂ ਨੇ ਰੰਗ ਢੰਗ ਤੋਂ ਭਾਈ ਸਾਹਿਬ ਜੀ ਬੜੀ ਅਸਲੀ ਗੱਲ ਸਮਝ ਗਏ। ਉਹਨਾਂ ਸਭ ਜਥਿਆਂ ਤੇ ਇਲਾਕਿਆਂ ਵਿੱਚ ਵੇਰਵੇ ਲਿਖ ਕੇ ਮੋੜਵੀਆਂ ਚਿੱਠੀਆਂ ਲਿਖ ਭੇਜੀਆਂ ਕਿ ਸੰਗਤ ਨਾ ਆਵੇ। ਸੋ ਸੰਗਤਾਂ ਨਾ ਆਈਆਂ ਤੇ ਨਾ ਮੇਲਾ ਲੱਗਾ। ਕੇਵਲ ਥੋੜੇ ਜਿਹੇ ਉਦਾਸੀ ਨਿਰਮਲੇ ਸੰਤ ਤੇ ਮੁਸਲਮਾਨ ਸੂਫੀ ਫਕੀਰ ਇਕੱਠੇ ਹੋਏ। ਦੀਪਮਾਲਾ ਦੇ ਦਿਨ ਗੁਜ਼ਰ ਗਏ ਤਾਂ ਹਾਕਮਾਂ ਨੇ ਭਾਈ ਸਾਹਿਬ ਤੋਂ ਠੇਕੇ ਦਾ ਰੁਪਈਆ ਮੰਗਿਆ। ਭਾਈ ਸਾਹਿਬ ਜੀ ਨੇ ਖਰੀ ਖਰੀ ਕਹਿ ਸੁਣਾਈ ਕਿ ਤੁਸਾਂ ਆਪ ਹੀ ਬੇਲੋੜੀ ਫੌਜ ਭੇਜ ਕੇ ਮੇਲਾ ਲੱਗਣੋਂ ਹਟਾ ਦਿੱਤਾ ਹੈ। ਇਸ ਵਾਸਤੇ ਚੜਾਵਾ ਹੀ ਨਹੀਂ ਆਇਆ ਤਾਂ ਅਸੀਂ ਠੇਕਾ ਕਿੱਥੋਂ ਤਰੀਏ। ਅੰਤ ਲਾਹੌਰ ਸਰਕਾਰ ਦੇ ਹੁਕਮ ਨਾਲ ਦੀਵਾਨ ਲਖਪਤ ਰਾਏ ਨੇ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਤੋਂ ਕੈਦ ਕਰਕੇ ਲਾਹੌਰ ਸੂਬੇਦਾਰ ਦੇ ਪੇਸ਼ ਕੀਤਾ। ਇਹ ਘਟਨਾ 1795 ਬਿਕਰਮੀ ਦੀ ਹੈ। ਭਾਈ ਮਨੀ ਸਿੰਘ ਜੀ ਸੂਬੇਦਾਰ ਖਾਨ ਬਹਾਦਰ ਦੇ ਪੇਸ਼ ਕੀਤੇ ਗਏ ਭਾਈ ਸਾਹਿਬ ਜੀ ਦੇ ਨੇ ਠੇਕੇ ਦੀ ਰਕਮ ਤਾਰਨ ਤੋਂ ਅਸਮਰੱਥਾ ਪ੍ਰਗਟ ਕੀਤੀ ਤੇ ਮੇਲਾ ਨਾ ਲੱਗਣ ਦਾ ਦੂਸ਼ਣ ਸਰਕਾਰ ਦੇ ਸਿਰ ਹੀ ਥਾਪਿਆ। ਤਾਂ ਨਵਾਬ ਨੇ ਹੁਕਮ ਦਿੱਤਾ ਕਿ ਜਾਂ ਮੁਸਲਮਾਨ ਹੋਣਾ ਪ੍ਰਵਾਨ ਕਰੋ ਜਾਂ ਕਤਲ ਹੋਣ ਲਈ ਤਿਆਰ ਹੋ ਜਾਵੋ। ਭਾਈ ਸਾਹਿਬ ਨੇ ਉੱਤਰ ਦਿੱਤਾ, ਖਾਨ ਬਹਾਦਰ, ਅੱਗੇ ਕਦੇ ਕਿਸੇ ਸਿੱਖ ਨੇ ਧਰਮ ਤਿਆਗਿਆ ਹੈ ਤਾਂ ਮੇਰੇ ਉੱਤੇ ਵੀ ਇਹ ਸਵਾਲ ਕਰ ਲੈਂਦੇ। ਸਿੱਖ ਧਰਮ ਤਿਆਗਣ ਨਾਲੋਂ ਜਾਨ ਦੇਣਾ ਚੰਗਾ ਸਮਝਦਾ ਹੈ। ਖਾਲਸਾ ਹਾਜ਼ਰ ਹੈ। ਕੋਲ ਬੈਠੇ ਕਾਜ਼ੀ ਤੋਂ ਪੁੱਛਿਆ ਗਿਆ ਤਾਂ ਉਸਨੇ ਭਾਈ ਮਨੀ ਸਿੰਘ ਜੀ ਦੇ ਬੰਦ ਕੱਟਣ ਦਾ ਫਤਵਾ ਦਿੱਤਾ। ਲਾਹੌਰ ਦੇ ਸਿੱਖਾਂ ਨੂੰ ਪਤਾ ਲੱਗਾ ਤਾਂ ਉਹਨਾਂ ਠੇਕਾ ਤਾਰਨ ਵਾਸਤੇ ਰਕਮ ਇਕੱਠੀ ਕੀਤੀ। ਉਹਨਾਂ ਭਾਈ ਸਾਹਿਬ ਜੀ ਨੂੰ ਪੁੱਛਿਆ ਤਾਂ ਉਹਨਾਂ ਇਸ ਤਰ੍ਹਾਂ ਜਾਨ ਬਚਾਉਣ ਤੋਂ ਇਨਕਾਰ ਕਰ ਦਿੱਤਾ। ਅੰਤ ਨਖਾਸ ਚੌਂਕ ਵਿੱਚ ਇਹ ਖੂਨੀ ਨਾਟਕ ਖੇਡਿਆ ਗਿਆ। ਜਲਾਦ ਤਲਵਾਰ ਦਾ ਵਾਰ ਗੁੱਟ ਉੱਤੇ ਕਰਨ ਲੱਗਾ ਤਾਂ ਭਾਈ ਸਾਹਿਬ ਨੇ ਉਸ ਨੂੰ ਕਾਹਲੀ ਤੋਂ ਵਰਜਿਆ ਤੇ ਕਿਹਾ, ਆਪਣੇ ਮਾਲਕ ਦਾ ਹੁਕਮ ਪੂਰਾ ਕਰ। ਤੈਨੂੰ ਬੰਦ ਕੱਟਣ ਦੀ ਆਗਿਆ ਹੈ। ਤੂੰ ਵੇਖਦਾ ਨਹੀਂ ਕਿ ਗੁੱਟ ਤੋਂ ਅੱਗੇ ਇੱਕ ਉਂਗਲ ਤੇ 3 ਜੋੜ ਹਨ। ਸੋ ਤੂੰ ਹਰ ਇੱਕ ਜੋੜ ਵੱਖ ਕਰਨਾ ਹੈ। ਅਨੋਖੀ ਸ਼ਹੀਦੀ ਸੀ।
ਜਲਾਦ ਸਰੀਰ ਦਾ ਬੰਦ-ਬੰਦ ਕੱਟ ਰਿਹਾ ਸੀ ਤੇ ਧਰਮੀ ਸੰਤ ਸ਼ਾਂਤੀ ਨਾਲ ਸਮਾਧੀ ਲਾਈ ਬੈਠਾ ਸੀ। ਇਹ ਕਾਰਾ ਦੇਖ ਕੇ ਲਾਹੌਰ ਦਾ ਹਰ ਦਰਦੀ ਦਿਲ ਕੁਰਲਾ ਉੱਠਿਆ। ਆਖਰੀ ਵਾਰ ਧੌਣ ਉੱਤੇ ਹੋਇਆ ਤੇ ਸਿਰ ਧੜ ਤੋਂ ਵੱਖਰਾ ਹੋ ਗਿਆ। ਲਾਹੌਰੀ ਸਿੱਖਾਂ ਵੱਲੋਂ ਭਾਈ ਸਾਹਿਬ ਜੀ ਦੇ ਟੁਕੜੇ ਹੋ ਚੁੱਕੇ ਸਰੀਰ ਦਾ ਸੰਸਕਾਰ ਕਿਲੇ ਦੇ ਚੜ੍ਹਦੇ ਦਰਵਾਜ਼ਿਓਂ ਬਾਹਰ ਕੀਤਾ ਗਿਆ, ਜਿੱਥੇ ਅੱਜ ਤੱਕ ਸਮਾਧ ਬਣੀ ਹੋਈ ਹੈ। ਆਪ ਜੀ ਦੀ ਸ਼ਹੀਦੀ ਮੱਘਰ ਸੁਦੀ 5 1795 ਬਿਕਰਵੀ ਨੂੰ ਹੋਈ। ਇਸ ਸ਼ਹੀਦੀ ਨੇ ਸਿੱਖਾਂ ਦੇ ਦਿਲਾਂ ਅੰਦਰ ਦੱਬੀ ਹੋਈ ਅੱਗ ਭੜਕਾ ਦਿੱਤੀ। ਹਰ ਇੱਕ ਸਿੱਖ ਦੇ ਦਿਲ ਵਿੱਚ ਭਾਈ ਸਾਹਿਬ ਵਾਸਤੇ ਅਥਾਹ ਪਿਆਰ ਤੇ ਸ਼ਰਧਾ ਸੀ। ਬੰਦ-ਬੰਦ ਕੱਟਣ ਦੀ ਸਜ਼ਾ ਅਬਦੁਲ ਰਜ਼ਾਕ ਦੀ ਨਿਗਰਾਨੀ ਵਿੱਚ ਭੁਗਤਾਈ ਗਈ ਸੀ। ਨਾਲੇ ਉਹ ਭਾਈ ਸਾਹਿਬ ਜੀ ਦੀ ਗ੍ਰਿਫਤਾਰੀ ਵੇਲੇ ਲਖਪਤ ਦੇ ਨਾਲ ਸੀ। ਸੋ ਪਿੱਛੋਂ ਸਮਾਂ ਪਾ ਕੇ ਸਿੰਘਾਂ ਨੇ ਕਾਜ਼ੀ ਦੇ ਜੱਦੀ ਪਿੰਡ ਅਲੀਗੜ੍ਹ ਨੂੰ ਉਜਾੜ ਕੇ ਉਸ ਦਾ ਨਾਂ ਅਕਾਲਗੜ੍ਹ ਰੱਖਿਆ ਤੇ ਸਰਦਾਰ ਅਗੜ ਸਿੰਘ ਨੇ ਕਾਜ਼ੀ ਨੂੰ ਕਤਲ ਕੀਤਾ। ਜਿਸ ਕਾਜ਼ੀ ਨੇ ਫਤਵਾ ਦਿੱਤਾ ਸੀ ਉਸ ਨੂੰ ਥਰਾਜ ਸਿੰਘ ਨੇ ਉਹਦੇ ਘਰ ਜਾ ਕੇ ਕਤਲ ਕੀਤਾ। ਸਮੁੰਦ ਖਾਂ ਪਿੰਡ ਮਾਣਕ ਕੋਲ ਡੇਰਾ ਲਾਈ ਬੈਠਾ ਸੀ। ਉਹ ਗਸ਼ਤੀ ਫੌਜ ਦਾ ਅਫਸਰ ਸੀ। ਨਵਾਬ ਕਪੂਰ ਸਿੰਘ ਨੇ ਉਸ ਉੱਤੇ ਹਮਲਾ ਕੀਤਾ। ਲੜਾਈ ਵਿੱਚ ਸਮੁੰਦ ਖਾਂ ਫੜਿਆ ਗਿਆ। ਸਿੰਘਾਂ ਨੇ ਉਹਨੂੰ ਘੋੜਿਆਂ ਮਗਰ ਘਸੀਟ ਕੇ ਮਾਰ ਦਿੱਤਾ। ਇਹ ਸਾਲ ਸਿੰਘਾਂ ਦੀ ਕਤਲਾਮ ਦਾ ਸੀ। ਭਾਈ ਮਨੀ ਸਿੰਘ ਦੇ ਨਾਲ ਫੜੇ ਹੋਏ ਸਿੱਖ ਸੰਤ ਚਰਖੀ ਤੇ ਚੜਾ ਕੇ ਮਾਰੇ ਗਏ। ਇੱਥੇ ਹੀ ਬਸ ਨਹੀਂ, ਇਲਾਕੇ ਵਿੱਚੋਂ ਭਾਲ ਕੇ ਅਮਨ ਨਾਲ ਘਰੀਂ ਬੈਠੇ ਸਿੱਖ ਫੜ ਕੇ ਲਾਹੌਰ ਲੈ ਆਂਦੇ ਗਏ ਤੇ ਇਸਲਾਮ ਨਾ ਧਾਰਨ ਕਰਨ ਉੱਤੇ ਅਨੇਕਾਂ ਤਸੀਹੇ ਦੇ ਕੇ ਕਤਲ ਕੀਤੇ ਗਏ। ਇਹਨਾਂ ਸ਼ਹੀਦੀ ਕਾਰਨਾਮਿਆਂ ਨੇ ਸਿੰਘਾਂ ਨੂੰ ਪੂਰੀ ਤਰ੍ਹਾਂ ਭੜਕਾ ਦਿੱਤਾ। ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ ਪਹਿਲਾਂ ਬਸੰਤ ਪੰਚਮੀ ਵਾਲੇ ਦਿਨ ਹਕੀਕਤ ਰਾਏ ਸਿਆਲਕੋਟ ਦੇ ਰਹਿਣ ਵਾਲੇ ਭਾਈ ਭਾਗ ਮੱਲ ਪੁਰੀ ਤੇ ਗੌਰਾ ਦਾ ਇੱਕੋ ਇੱਕ ਪੁੱਤਰ ਸੀ, ਨੂੰ ਲਾਹੌਰ ਵਿੱਚ ਸ਼ਹੀਦ ਕੀਤਾ ਗਿਆ ਸੀ। ਸਿੱਖ ਇਤਿਹਾਸ ਉੱਤੇ ਇਸ ਦਾ ਚੰਗਾ ਅਸਰ ਪਿਆ। ਦਲੇਰ ਸੁਭਾਅ ਵਾਲੇ ਹਿੰਦੂ ਗੱਭਰੂਆਂ ਅੰਦਰ ਬਦਲੇ ਦੀ ਅੱਗ ਭੜਕ ਉੱਠੀ। ਉਹ ਘਰਾਂ ਤੋਂ ਨਿਕਲੇ, ਸਿੱਖਾਂ ਦੇ ਜਥਿਆਂ ਵਿੱਚ ਜਾ ਰਲੇ ਤੇ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਅਸੀਂ ਉੱਪਰ ਸੁਣਾਏ ਹਾਂ ਕਿ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨੇ ਸਿੰਘਾਂ ਨੂੰ ਭੜਕਾ ਦਿੱਤਾ ਸੀ। ਉਹਨਾਂ ਇਲਾਕੇ ਵਿੱਚ ਥਾਂ-ਥਾਂ ਲੁੱਟ ਮਾਰ ਮਚਾ ਦਿੱਤੀ। ਕਈਆਂ ਪਿੰਡਾਂ ਦੇ ਚੌਧਰੀ ਮਾਰ ਦਿੱਤੇ ਤੇ ਕਈਆਂ ਦੇ ਪਿੰਡ ਲੁੱਟ ਲਏ। ਭਾਈ ਸਾਹਿਬ ਜੀ ਦੇ ਕਾਤਲ ਕਾਜ਼ੀ ਤੇ ਮੁਫਤੀ ਨੂੰ ਮਾਰ ਕੇ ਸਿੱਖਾਂ ਦਾ ਸਾਰਾ ਗੁੱਸਾ ਠੰਡਾ ਨਹੀਂ ਸੀ ਹੋ ਗਿਆ। ਉਹ ਨਵਾਬ ਖਾਨ ਬਹਾਦਰ ਨੂੰ ਕਤਲ ਕਰਨ ਦੀਆਂ ਸੋਚਾਂ ਵਿੱਚ ਸਨ। ਪਰ ਔਖੀ ਗੱਲ ਇਹ ਸੀ ਕਿ ਖਾਨ ਬਹਾਦਰ ਕਿਲਿਓਂ ਬਾਹਰ ਹੀ ਨਹੀਂ ਸੀ ਨਿਕਲਦਾ। ਇੱਕ ਦਿਨ 2000 ਸਿੰਘ ਤੁਰਕੀ ਭੇਸ ਕਰਕੇ ਹਰਿਆ ਝੰਡਾ ਲੈ ਕੇ ਟਕਸਾਲੀ ਦਰਵਾਜ਼ਿਓਂ ਸ਼ਹਿਰ ਦੇ ਅੰਦਰ ਆ ਵੜੇ। ਉਹਨਾਂ ਦੀ ਚਾਲ ਇਹ ਸੀ ਕਿ ਜਦ ਖਾਨ ਬਹਾਦਰ ਜੁਮੇ ਦੀ ਨਮਾਜ਼ ਪੜ੍ਹਨ ਸ਼ਾਹੀ ਮਸੀਤ ਵਿੱਚ ਆਵੇ ਤਾਂ ਹੱਲਾ ਕਰਕੇ ਕਤਲ ਕਰ ਦਿਓ। ਪਰ ਉਸ ਦਿਨ ਸੂਬੇਦਾਰ ਨਮਾਜ਼ ਪੜ੍ਹਨ ਕਿਲਿਓਂ ਬਾਹਰ ਨਾ ਆਇਆ। ਸੋ ਸਿੰਘਾਂ ਦੇ ਦਿਲ ਦੀ ਇੱਛਾ ਪੂਰੀ ਨਾ ਹੋਈ। ਅੰਤ ਸਿੰਘ ਸ਼ਹਿਰ ਦਾ ਟਕਸਾਲੀ ਤੇ ਮੋਚੀ ਦਰਵਾਜ਼ੇ ਦਾ ਅੰਦਰਲਾ ਹਿੱਸਾ ਲੁੱਟ ਕੇ ਬਾਹਰ ਨਿਕਲ ਗਏ। ਇਸ ਘਟਨਾ ਨੇ ਖਾਨ ਬਹਾਦਰ ਨੂੰ ਸੁਚੇਤ ਕਰ ਦਿੱਤਾ। ਉਹਨੂੰ ਗੁੱਸੇ ਵਿੱਚ ਅੱਗ ਲੱਗ ਉੱਠੀ। ਉਹਨੇ ਗਸ਼ਤੀ ਫੌਜ ਦੇ ਅਫਸਰਾਂ ਤੇ ਇਲਾਕੇ ਦੇ ਚੌਧਰੀਆਂ ਨੂੰ ਸੱਦ ਕੇ ਬੜਾ ਧਮਕਾਇਆ ਕਿ ਜਿਸ ਦੇ ਇਲਾਕੇ ਵਿੱਚ ਹੁਣ ਕੋਈ ਸਿੰਘ ਨਜ਼ਰ ਆ ਗਿਆ ਉਹਨੂੰ ਉਹ ਸਜ਼ਾ ਦਿੱਤੀ ਜਾਵੇਗੀ ਜੋ ਸਿੰਘਾਂ ਨੂੰ ਦਿੱਤੀ ਜਾਂਦੀ ਹੈ। ਇਸ ਸਖਤ ਹੁਕਮ ਨੇ ਪੱਤਾ ਸਿੰਘਾਂ ਦਾ ਵੈਰੀ ਬਣਾ ਦਿੱਤਾ। ਇੱਥੋਂ ਤੱਕ ਕਿ ਲਾਹੌਰ ਸਰਕਾਰ ਦੇ ਇਲਾਕੇ ਵਿੱਚ ਸਿੰਘਾਂ ਦਾ ਰਹਿਣਾ ਔਖਾ ਹੋ ਗਿਆ। ਉਹ ਨੱਸ ਕੇ ਮਾਲਵੇ ਵਿੱਚ ਜਾ ਵੜੇ ਤੇ ਕੁਛ ਤਾਂ ਜੈਪੁਰ, ਜੋਧਪੁਰ, ਬੀਕਾਨੇਰ ਆਦਿ ਰਿਆਸਤਾਂ ਵਿੱਚ ਜਾ ਪੁੱਜੇ। ਇਸ ਸਮੇਂ ਸਰਦਾਰ ਆਲਾ ਸਿੰਘ ਪਟਿਆਲਾ ਦੇ ਪੁੱਤਰਾਂ ਨੇ ਸਰਦਾਰ ਅਗੜ ਸਿੰਘ ਪਾਸੋਂ ਅੰਮ੍ਰਿਤ ਛਕਿਆ। ਇਸ ਵੇਲੇ ਮਾਝੇ ਵਿੱਚ ਵੀ ਵੇਖਣ ਨੂੰ ਵੀ ਸਿੱਖ ਨਜ਼ਰ ਨਹੀਂ ਸੀ ਆਉਂਦਾ। ਜੇ ਕੋਈ ਟਾਵਾਂ ਕਿਤੇ ਰਹਿ ਵੀ ਗਿਆ ਸੀ ਤਾਂ ਉਹ ਲੁਕ ਛਿਪ ਕੇ ਦਿਨ ਟਪਾਉਂਦਾ ਸੀ। ਕਿਤੇ ਕਿਸੇ ਦਾ ਸ਼ਾਹੀ ਬੰਦਿਆਂ ਨਾਲ ਟਾਕਰਾ ਹੋ ਪੈਂਦਾ ਤਾਂ ਉਹ ਮੈਦਾਨ ਵਿੱਚ ਮਰਦਾ ਵਾਂਗ ਲੜ ਮਰਦਾ।
ਜਲੰਧਰ ਦੇ ਨਾਜ਼ਮ ਕੁਤਬਦੀਨ ਨੇ ਕਰਤਾਰਪੁਰ ਉੱਤੇ ਹਮਲਾ ਕੀਤਾ। ਉੱਥੋਂ ਦਾ ਪੁਜਾਰੀ ਸੋਢੀ ਵਡਭਾਗ ਸਿੰਘ ਪਹਾੜਾਂ ਨੂੰ ਨੱਸ ਗਿਆ। ਕੁਤਬਦੀਨ ਨੇ ਗੁਰਦੁਆਰਾ ਥੰਮ ਸਾਹਿਬ ਸਾੜ ਦਿੱਤਾ ਤੇ ਗੁਰਦੁਆਰੇ ਦੇ ਵਿਹੜੇ ਵਿੱਚ ਗਾਂ ਹਲਾਲ ਕੀਤੀ। ਉਹਨੇ ਸਾਰਾ ਪਿੰਡ ਲੁੱਟ ਲਿਆ। ਉੱਥੋਂ ਦੀਆਂ ਕਈ ਹਿੰਦੂ ਦੇਵੀਆਂ ਫੜ ਕੇ ਨਾਜ਼ਮ ਜਲੰਧਰ ਲੈ ਗਿਆ। ਸਮਾਂ ਪਾ ਕੇ ਇਸ ਦਾ ਬਦਲਾ ਸਰਦਾਰ ਬਾਘ ਸਿੰਘ ਨੇ ਲੈ ਲਿਆ। ਪਿੰਡ ਢਿਲਵਾਂ ਕੋਲ ਕੁਤਬਦੀਨ ਸ਼ਿਕਾਰ ਖੇਡਦਾ ਕਾਬੂ ਆ ਗਿਆ। ਸਿੰਘਾਂ ਨੇ ਹੱਲਾ ਕਰਕੇ ਨਾਜ਼ਮ ਨੂੰ ਫੜ ਲਿਆ ਤੇ ਜਿਉਂਦਾ ਅੱਗ ਵਿੱਚ ਸਾੜ ਦਿੱਤਾ। ਲੱਗਦੇ ਹੱਥ ਸਿੰਘਾਂ ਨੇ ਜਲੰਧਰ ਉੱਤੇ ਧਾਵਾ ਬੋਲ ਕੇ ਸ਼ਹਿਰ ਦਾ ਬਹੁਤ ਸਾਰਾ ਹਿੱਸਾ ਲੁੱਟ ਲਿਆ। ਮੁਸਲਮਾਨਾਂ ਦੀ ਕੈਦ ਵਿੱਚੋਂ ਹਿੰਦੂ ਦੇਵੀਆਂ ਛੁਡਾ ਕੇ ਘਰੋਂ ਘਰੀ ਪਹੁੰਚਾਈਆਂ। ਪਿੰਡ ਪੜਾਣੇ ਦਾ ਇੱਕ ਜੱਟ ਸਰਦਾਰ ਬੋਤਾ ਸਿੰਘ ਤੇ ਉਹਦਾ ਇੱਕ ਸਾਥੀ ਮਜ਼੍ਹਬੀ ਸਰਦਾਰ ਗਰਜਾ ਸਿੰਘ ਦੋਵੇਂ ਲੋਕ ਛਿਪ ਕੇ ਰਹਿੰਦੇ ਸਨ। ਉਹ ਰਾਤ ਬਰਾਤੇ ਅੰਮ੍ਰਿਤਸਰ ਤੇ ਤਰਨਤਾਰਨ ਇਸ਼ਨਾਨ ਕਰਨ ਜਾਇਆ ਕਰਦੇ। ਇੱਕ ਦਿਨ ਉਹ ਤਰਨਤਾਰਨ ਇਸ਼ਨਾਨ ਕਰਕੇ ਦਿਨੇ ਨੇੜੇ ਦੇ ਜੰਗਲ ਵਿੱਚ ਲੁਕੇ ਬੈਠੇ ਸਨ ਤਾਂ ਉਹਨਾਂ ਦੇ ਕੰਨਾਂ ਵਿੱਚ ਲੰਘੇ ਜਾਂਦੇ ਰਾਹੀਆਂ ਦੀਆਂ ਗੱਲਾਂ ਪਈਆਂ। ਇੱਕ ਨੇ ਵੇਖ ਕੇ ਆਖਿਆ ਕਿ 2 ਸਿੰਘ ਲੁਕੇ ਬੈਠੇ ਹਨ। ਦੂਜੇ ਨੇ ਉੱਤਰ ਦਿੱਤਾ, ਸਿੰਘ ਵੀ ਕਦੇ ਲੁਕੇ ਹਨ, ਇਹ ਕੋਈ ਗਿੱਦੜ ਹੋਣੇ ਨੇ। ਇਹ ਬੋਲੀ ਸਿੰਘਾਂ ਨੂੰ ਖਾ ਗਈ। ਉਹਨਾਂ ਦੋਹਾਂ ਗੁਰਮਤਾ ਕੀਤਾ ਕਿ ਕੋਈ ਸਿੰਘਾਂ ਵਾਲਾ ਕਾਰਨਾਮਾ ਕਰਕੇ ਸ਼ਹੀਦ ਹੋਈਏ। ਉਹ ਨੂਰਦੀਨ ਦੀ ਸਰਾਂ ਕੋਲ ਲਾਹੌਰ ਵਾਲੀ ਸੜਕ ਉੱਤੇ ਖਲੋ ਗਏ ਤੇ ਲੰਘਣ ਵਾਲਿਆਂ ਤੋਂ ਆਨਾ ਗੱਡਾ ਤੇ ਪੈਸਾ ਖੁੱਤਾ ਜਗਾਤ ਅਗਰਾਉਣ ਲੱਗੇ। ਲੰਘਣ ਵਾਲੇ ਜਗਾਤ ਦਿੰਦੇ ਤੇ ਰਾਹੇ ਪੈ ਜਾਂਦੇ, ਪਰ ਅੱਗੋਂ ਉਭਾਸਰ ਦਾ ਕੋਈ ਨਾ। 2-3 ਦਿਨ ਲੰਘ ਗਏ ਤਾਂ ਬੋਤਾ ਸਿੰਘ ਨੇ ਲਾਹੌਰ ਦੇ ਸੂਬੇਦਾਰ ਖਾਨ ਬਹਾਦਰ ਨੂੰ ਚਿੱਠੀ ਲਿਖੀ। ਮੈਂ ਹਾਂ ਸਿੰਘ ਬੋਤਾ, ਹੱਥ ਵਿੱਚ ਸੋਟਾ ਮੋਟਾ, ਲਵਾਂ ਜਗਾਤ ਖਲੋਤਾ, ਆਨਾ ਗੱਡਾ ਪੈਸਾ ਖੋਤਾ। ਤੂੰ ਹੈ ਨਲਾਇਕ ਖੋਤਾ, ਤੇਥੋਂ ਰਾਜ ਨਹੀਂ ਹੋਤਾ। ਤੂੰ ਜਾਏਗਾ ਦਰਗਾਹ ਰੋਤਾ, ਤੂੰ ਆਖੀ ਭਾਬੀ ਖਾਨੋ ਨੂੰ, ਤੇਰਾ ਦੇਵਰ ਹੈਗਾ ਸਿੰਘ ਬੋਤਾ। ਲਾਹੌਰ ਜਾਂਦੇ ਸੌਦਾਗਰਾਂ ਦੇ ਹੱਥ ਇਹ ਚਿੱਠੀ ਲਾਹੌਰ ਨਵਾਬ ਕੋਲ ਪਹੁੰਚਾ ਦਿੱਤੀ ਗਈ। ਚਿੱਠੀ ਪੜ੍ਹੀ ਤਾਂ ਖਾਨ ਬਹਾਦਰ ਨੂੰ ਅੱਗ ਲੱਗ ਉੱਠੀ। ਉਹਨੇ ਫੌਜਦਾਰ ਜਲਾਲਦੀਨ ਨੂੰ 100 ਸਵਾਰ ਦੇ ਕੇ ਬੋਤਾ ਸਿੰਘ ਨੂੰ ਫੜਨ ਵਾਸਤੇ ਭੇਜਿਆ। ਨਾਲ ਹੀ ਫੌਜਦਾਰ ਨੂੰ ਹਦਾਇਤ ਕੀਤੀ ਕਿ ਬੋਤਾ ਸਿੰਘ ਨੂੰ ਜਿਉਂਦੇ ਨੂੰ ਫੜ ਕੇ ਲਿਆਵੇ। ਜਲਾਲਦੀਨ ਨੇ ਜਾ ਕੇ ਸਿੰਘਾਂ ਨੂੰ ਘੇਰਾ ਪਾ ਲਿਆ। ਅੱਗੋਂ ਸਿੰਘ ਵੀ ਟਾਕਰੇ ਲਈ ਤਿਆਰ ਹੋ ਖੜੇ। ਫੌਜਦਾਰ ਨੇ ਕਿਹਾ, ਬੋਤਾ ਸਿੰਘਾ, ਟਾਕਰੇ ਦਾ ਕੋਈ ਲਾਭ ਨਹੀਂ ਹੋਏਗਾ। 100 ਨਾਲ ਤੁਸੀਂ ਕਦੋਂ ਤੱਕ ਨਿਭ ਸਕੋਗੇ? ਮੇਰੇ ਆਖੇ ਲੱਗੂ ਤਾਂ ਹਥਿਆਰ ਸੁੱਟ ਕੇ ਈਨ ਮੰਨ ਲਓ। ਮੈਂ ਨਵਾਬ ਲਾਹੌਰ ਪਾਸੋਂ ਤੁਹਾਨੂੰ ਮਾਫੀ ਲੈ ਦੇਵਾਂਗਾ। ਸਰਦਾਰ ਬੋਤਾ ਸਿੰਘ ਨੇ ਅੱਗੋਂ ਦਲੇਰਾਨਾ ਉੱਤਰ ਦਿੱਤਾ, ਅਸੀਂ ਮਰਦਾਂ ਵਾਂਗ ਲੜ ਕੇ ਮਰਨ ਵਾਸਤੇ ਪ੍ਰਗਟ ਹੋਏ ਹਾਂ, ਮਾਫੀ ਮੰਗ ਕੇ ਗੀਧੀਆਂ ਵਾਂਗ ਜਿਉਣ ਵਾਸਤੇ ਨਹੀਂ। ਜੇ ਤੂੰ ਸਿੰਘਾਂ ਦੀ ਬਹਾਦਰੀ ਵੇਖਣੀ ਚਾਹੁੰਦਾ ਏ ਤਾਂ ਸਾਡੇ ਦੋਹਾਂ ਦੇ ਟਾਕਰੇ ਉੱਤੇ ਆਪਣੇ 4 ਸਿਪਾਹੀ ਮੈਦਾਨ ਵਿੱਚ ਕੱਢ। ਇਹ ਸੁਣ ਕੇ ਫੌਜਦਾਰ ਨੇ ਆਪਣੇ 4 ਚੋਣਵੇਂ ਸਿਪਾਹੀ ਮੈਦਾਨ ਵਿੱਚ ਕੱਢੇ। ਦੋਹੀਂ ਪਾਸੀ ਤਲਵਾਰਾਂ ਤੇ ਢਾਲਾਂ ਲੈ ਕੇ ਸੂਰਮੇ ਮੈਦਾਨ ਵਿੱਚ ਆ ਗਏ। ਪਰ ਤਨਖਾਹ ਦੇ ਬੰਦਿਆਂ ਨੇ ਸਿਰਲੱਤ ਸੂਰਮਿਆਂ ਦਾ ਟਾਕਰਾ ਕੀ ਕਰਨਾ ਸੀ। ਸਿੰਘਾਂ ਨੇ ਵੇਂਦਿਆਂ ਚਾਰੇ ਮੁਸਲਮਾਨ ਸਿਪਾਹੀ ਢੇਰ ਕਰ ਦਿੱਤੇ। ਫਿਰ ਹੋਰ 5 ਆਏ, ਉਹਨਾਂ ਦਾ ਵੀ ਪਹਿਲਾਂ ਵਾਲਾ ਹੀ ਹਾਲ ਹੋਇਆ। ਅੰਤ ਫੌਜਦਾਰ ਨੇ ਸਾਰੀ ਫੌਜ ਨੂੰ ਇਕੱਠਾ ਹਮਲਾ ਕਰਨ ਦਾ ਹੁਕਮ ਦਿੱਤਾ। ਫਿਰ ਵੀ ਸਿੰਘ ਘਬਰਾਏ ਨਹੀਂ। ਉਹ ਦੋਵੇਂ ਸੂਰਮੇ ਅੰਤਮ ਸਵਾਸ ਤੱਕ ਟਾਕਰਾ ਕਰਦੇ ਹੋਏ ਸ਼ਹੀਦ ਹੋਏ। ਦੂਜੇ ਪਾਸੇ ਜਲਾਲਦੀਨ ਦੇ 30 ਕੁ ਸਿਪਾਹੀ ਫੱਟੜ ਜਾਂ ਕਤਲ ਹੋਏ। ਇਸ ਘਟਨਾ ਨੇ ਸਾਰੇ ਇਲਾਕੇ ਵਿੱਚ ਤਰਥੱਲੀ ਮਚਾ ਦਿੱਤੀ। ਗੁਰੂ ਮਹਾਰਾਜ ਦੇ ਪੰਥ ਨੂੰ ਉਜਾਗਰ ਰੱਖਣ ਵਾਸਤੇ ਸਿੰਘਾਂ ਨੇ ਅਜਿਹੇ ਅਨੇਕਾਂ ਕਾਰਨਾਮੇ ਕੀਤੇ। ਅਸਲ ਗੱਲ ਇਹ ਹੈ ਕਿ ਜੇ ਉਹ ਜਿਉਂਦੇ ਹੀ ਕੇਵਲ ਮਰਦਾਂ ਵਾਂਗ ਮਰਨ ਵਾਸਤੇ ਸਨ, ਮੌਤ ਦਾ ਭੈ ਉਹਨਾਂ ਦੇ ਨੇੜੇ ਕਦੇ ਨਹੀਂ ਸੀ ਲੰਘਿਆ। ਅੰਮ੍ਰਿਤ ਛਕ ਕੇ ਸਿੰਘ ਸਜਦਾ ਹੀ ਉਹ ਸੀ ਜਿਹੜਾ ਧਰਮ ਦੀ ਖਾਤਰ ਮਰਨਾ ਪ੍ਰਵਾਨ ਕਰ ਲੈਂਦਾ ਸੀ। ਸਿੰਘ ਸਜਣ ਵਾਲਾ ਹੀ ਨਹੀਂ, ਉਹਦੇ ਘਰ ਦੇ ਅਤੇ ਸੰਬੰਧੀ ਵੀ ਇਹੋ ਸਮਝ ਲੈਂਦੇ ਸਨ ਕਿ ਇਹ ਪੰਥ ਦੀ ਖਾਤਰ ਮਰਨੇ ਵਾਸਤੇ ਸਿੰਘ ਸਜਿਆ। ਜੇ ਇੱਕ ਇਸਤਰੀ ਦੂਜੀ ਨੂੰ ਪੁੱਛਦੀ ਕਿ ਤੇਰੇ ਕਿੰਨੇ ਪੁੱਤਰ ਹਨ ਤਾਂ ਉਹ ਅੱਗੋਂ ਕਹਿੰਦੀ ਕਿ ਹੈਗੇ ਤਾਂ 4 ਸਨ, ਪਰ ਇੱਕ ਸਿੱਖ ਬਣ ਗਿਆ। ਭਾਵ ਸਿੱਖ ਬਣਨਾ ਦੁਨੀਆ ਵੱਲੋਂ ਮੌਤ ਦੀ ਝੋਲੀ ਪੈਣ ਦੇ ਬਰਾਬਰ ਸੀ।
ਅੱਗੇ ਤੀਜਾ ਕਾਂਡ। ਸਿੱਖ ਇਤਿਹਾਸ ਸਮਝਣ ਵਾਸਤੇ ਜ਼ਰੂਰੀ ਹੈ ਕਿ ਪਾਠਕ ਦਿੱਲੀ ਦੇ ਮੁਗਲ ਬਾਦਸ਼ਾਹਾਂ ਦੇ ਕਾਬਲ ਦੇ ਹਾਕਮਾਂ ਦੀ ਤਾਰੀਖ ਤੋਂ ਜਾਣੂ ਹੋਵੇ। ਇਹਨਾਂ ਦੋਹਾਂ ਤਾਕਤਾਂ ਵਿਚਕਾਰ ਸਿੱਖ ਕੌਮ ਪਲ ਕੇ ਜਵਾਨ ਹੋਈ ਹੈ। ਇਹਨਾਂ ਦੋਹਾਂ ਦੇ ਉਤਾਰ ਚੜਾਅ ਦਾ ਅਸਰ ਸਦਾ ਸਿੱਖਾਂ ਦੇ ਇਤਿਹਾਸ ਉੱਤੇ ਪੈਂਦਾ ਰਿਹਾ। ਜਿਉਂ-ਜਿਉਂ ਉਹ ਤਾਕਤਾਂ ਨਿਰਬਲ ਹੁੰਦੀਆਂ ਗਈਆਂ, ਸਿੱਖ ਬਲਵਾਨ ਹੁੰਦੇ ਗਏ। ਜਾਂ ਇਉਂ ਕਹੋ ਕਿ ਉਹਨਾਂ ਦੋਹਾਂ ਤਾਕਤਾਂ ਨਾਲ ਕਈ ਸਾਲ ਘੋਲ ਕਰਕੇ ਅੰਤ ਉਹਨਾਂ ਨੂੰ ਲਤਾੜ ਕੇ ਸਿੱਖ ਕੌਮ ਆਪਣੇ ਸਿਖਰ ਤੇ ਪਹੁੰਚੀ। ਹਿੰਦੁਸਤਾਨ ਵਿੱਚ ਮੁਗਲ ਰਾਜ ਦਾ ਬਾਨੀ ਬਾਬਰ ਹੋਇਆ। ਉਸ ਦਾ ਅਸਲੀ ਨਾਮ ਜ਼ਹੀਰੁਦੀਨ ਸੀ। ਉਸ ਦੀ ਬਹਾਦਰੀ ਦੇ ਕਾਰਨਾਮਿਆਂ ਕਰਕੇ ਲੋਕ ਉਸ ਨੂੰ ਬਾਬਰ ਕਹਿਣ ਲੱਗ ਪਏ, ਜਿਸ ਦਾ ਅਰਥ ਹੈ ਸ਼ੇਰ। ਉਹ ਪਿਤਾ ਵੱਲੋਂ ਤੈਮੂਰ ਘਰਾਣੇ ਨਾਲ ਤੇ ਮਾਂ ਵੱਲੋਂ ਚੰਗੇਜ਼ ਖਾਂ ਘਰਾਣੇ ਨਾਲ ਸੰਬੰਧ ਰੱਖਦਾ ਸੀ। ਉਸ ਦਾ ਪਿਤਾ ਉਮਰ ਸ਼ੇਖ ਮਿਰਜ਼ਾ ਤੁਰਕਸਤਾਨ ਦੀ ਰਿਆਸਤ ਫਰਗਾਨਾ ਦਾ ਹਾਕਮ ਸੀ। ਬਾਬਰ 12 ਸਾਲ ਦਾ ਸੀ ਜਦ ਉਸ ਦਾ ਪਿਤਾ ਮਰ ਗਿਆ। ਉਹਦੇ ਨਜ਼ਦੀਕੀਆਂ ਨੇ ਧੱਕੇ ਨਾਲ ਉਹਦੀ ਰਿਆਸਤ ਖੋਹ ਲਈ। 10 ਸਾਲ ਉਹ ਥਾਂ-ਥਾਂ ਭਟਕਦਾ ਫਿਰਿਆ। ਅੰਤ ਉਹ ਆਪਣੀ ਕਦੇ ਨਾ ਹਾਰਨ ਵਾਲੀ ਹਿੰਮਤ ਤੇ ਮਰਦਾਂ ਵਾਲੀ ਬਹਾਦਰੀ ਸਦਕਾ 1504 ਈਸਵੀ ਵਿੱਚ ਕਾਬਲ ਉੱਤੇ ਕਬਜ਼ਾ ਕਰ ਬੈਠਾ। ਉਸ ਵੇਲੇ ਉਹ 22 ਸਾਲ ਦਾ ਸੀ। ਮਰਦਾਂ ਦੇ ਦਿਲ ਵਿੱਚ ਸਦਾ ਖੁੱਲ੍ਹੀ ਦੁਨੀਆ ਵਿੱਚ ਵਸਣ ਦਾ ਚਾਅ ਹੁੰਦਾ ਹੈ। ਉਹ ਆਪਣੇ ਰਾਜ ਦੀਆਂ ਹੱਦਾਂ ਨੂੰ ਕਦੇ ਇੱਕ ਥਾਂ ਟਿਕਣ ਨਹੀਂ ਦਿੰਦੇ। ਬਾਬਰ ਦੇ ਦਿਲ ਵਿੱਚ ਵੀ ਇਹ ਰੀਝ ਸੀ। ਉਹ ਹਿੰਦੁਸਤਾਨ ਵਰਗੇ ਖੁੱਲ੍ਹੇ ਦੇਸ਼ ਦਾ ਬਾਦਸ਼ਾਹ ਬਣਨਾ ਚਾਹੁੰਦਾ ਸੀ। ਸੋ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਨੇ 12,000 ਅਸਵਾਰ ਨਾਲ ਦਿੱਲੀ ਪਤੀ ਇਬਰਾਹਿਮ ਲੋਧੀ ਦੀ 1 ਲੱਖ ਫੌਜ ਨੂੰ ਜਿੱਤ ਲਿਆ ਤੇ ਆਪ ਦਿੱਲੀ ਦਾ ਬਾਦਸ਼ਾਹ ਬਣਿਆ। ਇੱਥੋਂ ਹਿੰਦ ਵਿੱਚ ਮੁਗਲ ਰਾਜ ਦਾ ਆਰੰਭ ਹੋਇਆ। 1530 ਈਸਵੀ ਵਿੱਚ ਬਾਬਰ ਮਰਿਆ ਤਾਂ ਉਹਦਾ ਪੁੱਤਰ ਨਸੀਰੁਦੀਨ ਹਮਾਯੂ ਤਖਤ ਤੇ ਬੈਠਾ। 10 ਸਾਲ ਪਿੱਛੋਂ 1540 ਈਸਵੀ ਵਿੱਚ ਸ਼ੇਰ ਸ਼ਾਹ ਸੂਰੀ ਤੇ ਉਸ ਤੋਂ ਬਾਦਸ਼ਾਹੀ ਖੋਲੀ ਤੇ ਉਹਨੂੰ ਦੇਸ਼ ਵਿੱਚੋਂ ਕੱਢ ਦਿੱਤਾ। 15 ਸਾਲ ਪਿੱਛੋਂ ਹਮਾਯੂ ਨੇ 1515 ਈਸਵੀ ਵਿੱਚ ਦੂਜੀ ਵਾਰ ਹਿੰਦੁਸਤਾਨ ਨੂੰ ਫਤਿਹ ਕੀਤਾ। ਇਸ ਵਾਰ ਉਸ ਨੂੰ ਮਸਾਂ 6 ਮਹੀਨੇ ਦਾ ਰਾਜ ਭੋਗਣਾ ਮਿਲਿਆ। 1556 ਈਸਵੀ ਵਿੱਚ ਹਮਾਯੂ ਮਰ ਗਿਆ ਤਾਂ ਉਹਦਾ ਪੁੱਤਰ ਜਲਾਲੂਦੀਨ ਅਕਬਰ ਤਖਤ ਤੇ ਬੈਠਾ। ਭਾਵੇਂ ਸ਼ਬਦ ਅਕਬਰ ਦਾ ਅਰਥ ਹੀ ਵੱਡਾ ਹੈ, ਪਰ ਉਹ ਤਾਂ ਹਿੰਦ ਦੇ ਬਾਦਸ਼ਾਹਾਂ ਵਿੱਚੋਂ ਅਕਬਰ ਆਜ਼ਮ ਅਖਵਾਇਆ। ਉਹ 49 ਸਾਲ ਰਾਜ ਕਰਕੇ 1605 ਈਸਵੀ ਵਿੱਚ ਮਰਿਆ। ਫਿਰ ਉਹਦਾ ਪੁੱਤਰ ਨੂਰੁਦੀਨ ਜਹਾਂਗੀਰ ਬਾਦਸ਼ਾਹ ਬਣਿਆ। ਉਸ ਦੇ ਹੁਕਮ ਨਾਲ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਵਿੱਚ ਸ਼ਹੀਦ ਕੀਤੇ ਗਏ ਸਨ। ਉਸ ਦੀ ਮੌਤ 1627 ਈਸਵੀ ਵਿੱਚ ਹੋਈ। ਫਿਰ ਉਹਦਾ ਪੁੱਤਰ ਸ਼ਹਿਜ਼ਾਦਾ ਖੁਰਮ ਸ਼ਾਹਜਹਾਨ ਲਕਬ ਧਾਰਨ ਕਰਕੇ ਤਖਤ ਤੇ ਬੈਠਾ। ਉਸ ਦੇ ਅਹਿਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਸ਼ਾਹੀ ਫੌਜਾਂ ਨਾਲ ਲੜਾਈਆਂ ਹੋਈਆਂ। ਹਿੰਦ ਦੇ ਇਤਿਹਾਸ ਵਿੱਚ ਉਹ ਆਪਣੀਆਂ ਬਣਾਈਆਂ ਇਮਾਰਤਾਂ, ਖਾਸ ਕਰਕੇ ਆਗਰੇ ਦਾ ਤਾਜ ਮਹਿਲ ਕਰਕੇ ਪ੍ਰਸਿੱਧ ਹੈ। ਉਹਨੇ 31 ਸਾਲ ਰਾਜ ਕੀਤਾ। 1658 ਵਿੱਚ ਨੇਕ ਪੁੱਤਰ ਮਹੀਉਦੀਨ ਔਰੰਗਜ਼ੇਬ ਨੇ ਪਿਓ ਨੂੰ ਕੈਦ ਕਰ ਲਿਆ ਤੇ ਬਾਕੀ ਦੇ ਸਕੇ ਭਰਾਵਾਂ ਨੂੰ ਕਤਲ ਕਰਕੇ ਆਲਮਗੀਰ ਲਕਬ ਦਾ ਬਾਦਸ਼ਾਹੀ ਸੰਭਾਲੀ। ਉਸ ਦੇ ਹੁਕਮ ਨਾਲ ਸਰਮਦ ਵਰਗੇ ਫਕੀਰ ਤੇ ਗੁਰੂ ਤੇਗ ਬਹਾਦਰ ਜੀ ਸ਼ਹੀਦ ਕੀਤੇ ਗਏ। ਉਸ ਨੇ ਮੁਗਲ ਰਾਜ ਦੀਆਂ ਹੱਦਾਂ ਨੂੰ ਦੂਰ ਤੱਕ ਦੱਖਣ ਤੱਕ ਵਧਾਇਆ, ਪਰ ਰਾਜ ਦੇ ਨਸ਼ਟ ਹੋ ਜਾਣ ਦੇ ਕਾਰਨ ਵੀ ਉਸ ਦੇ ਪੈਰੋਕਾਰ ਪੈਦਾ ਹੋਏ। ਉਹ 1707 ਈਸਵੀ ਵਿੱਚ ਮਰਿਆ ਤਾਂ ਉਹਦਾ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਬਾਕੀ ਭਰਾਵਾਂ ਨੂੰ ਕਤਲ ਕਰਕੇ ਬਹਾਦਰ ਸ਼ਾਹ ਪਹਿਲਾ ਬਣ ਕੇ ਤਖਤ ਤੇ ਬੈਠਾ। ਉਹ 1712 ਵਿੱਚ ਮਰ ਗਿਆ। ਉਹਦੇ ਪੁੱਤਰਾਂ ਵਿੱਚ ਵੀ ਉਸੇ ਤਰ੍ਹਾਂ ਤਲਵਾਰ ਚੱਲੀ। ਅੰਤ ਬਾਕੀ ਭਰਾਵਾਂ ਦੇ ਖੂਨ ਵਿੱਚ ਹੱਥ ਰੰਗ ਕੇ ਜਹਾਂਦਾਰ ਸ਼ਾਹ ਬਾਦਸ਼ਾਹ ਬਣ ਗਿਆ। ਉਸਨੇ ਕੇਵਲ 11 ਮਹੀਨੇ ਰਾਜ ਕੀਤਾ ਤਾਂ ਸੈਯਦ ਭਰਾਵਾਂ ਦੀ ਮਦਦ ਨਾਲ ਜਹਾਂਦਾਰ ਸ਼ਾਹ ਨੂੰ ਕਤਲ ਕਰਕੇ ਫਰਖਸੀਅਰ ਬਾਦਸ਼ਾਹ ਬਣਿਆ, ਜੋ 1719 ਈਸਵੀ ਤੱਕ ਗੱਦੀ ਤੇ ਰਿਹਾ। ਬਾਬਾ ਬੰਦਾ ਸਿੰਘ ਬਹਾਦਰ ਇਸੇ ਨੇ ਅਹਿਦ ਵਿੱਚ ਸ਼ਹੀਦ ਕੀਤਾ ਗਿਆ ਸੀ। ਫਰਖਸੀਅਰ ਦੀ ਸੈਯਦ ਭਰਾਵਾਂ ਨਾਲ ਅਜੋੜ ਹੋ ਗਈ। ਸੈਯਦਾਂ ਨੇ ਫਰਖਸੀਅਰ ਨੂੰ ਕਤਲ ਕਰਕੇ ਤਖਤ ਉੱਤੇ ਸ਼ਹਿਜ਼ਾਦਾ
ਰਫੀਉਦਾਰ ਜਾਤ ਨੂੰ ਬਿਠਾਇਆ। 3 ਮਹੀਨੇ ਪਿੱਛੋਂ ਉਸ ਨੂੰ ਮਾਰ ਕੇ ਉਹਦੇ ਭਰਾ ਰਫੀਉਦੌਲਾ ਨੂੰ ਸ਼ਾਹ ਆਲਮ ਪਹਿਲਾ ਦਾ ਖਿਤਾਬ ਦੇ ਕੇ ਤਖਤ ਤੇ ਬਿਠਾਇਆ। 3 ਮਹੀਨੇ ਪਿੱਛੋਂ ਹੀ ਉਹ ਵੀ ਭਰਾ ਦੇ ਮਗਰੇ ਤੋਰ ਦਿੱਤਾ ਗਿਆ। ਉਹਨਾਂ ਦੋਹਾਂ ਨੂੰ ਸੈਯਦ ਭਰਾਵਾਂ ਨੇ ਜ਼ਹਿਰ ਦੇ ਕੇ ਮਾਰਿਆ। ਅੰਤ 1719 ਈਸਵੀ ਦੇ ਅਖੀਰ ਵਿੱਚ ਸ਼ਹਿਜ਼ਾਦਾ ਰੌਸ਼ਨ ਅਖਤਰ ਤਖਤ ਤੇ ਬੈਠਾ, ਜਿਸ ਨੂੰ ਮੁਹੰਮਦ ਸ਼ਾਹ ਰੰਗੀਲਾ ਆਖਦੇ ਹਨ। ਉਸ ਨੇ 1748 ਈਸਵੀ ਤੱਕ ਰਾਜ ਕੀਤਾ। ਉਹਦੇ ਅਹਿਦ ਵਿੱਚ ਸੈਯਦ ਭਰਾ ਤਾਂ ਮਾਰੇ ਗਏ, ਪਰ ਪਿੱਛੋਂ ਬਣੇ ਨਵੇਂ ਵਜ਼ੀਰਾਂ ਦੇ ਹੱਥ ਵਿੱਚ ਤਾਕਤ ਚਲੀ ਗਈ। ਉਸ ਦੇ ਮਰਨ ਪਿੱਛੋਂ ਉਸ ਦਾ ਇੱਕੋ ਇੱਕ ਪੁੱਤਰ ਅਹਿਮਦ ਸ਼ਾਹ ਬਾਦਸ਼ਾਹ ਬਣਿਆ। ਵਜ਼ੀਰ ਗਾਜ਼ੀਉਦੀਨ ਨੇ 1754 ਈਸਵੀ ਵਿੱਚ ਅਹਿਮਦ ਸ਼ਾਹ ਨੂੰ ਅੰਨਾ ਕਰਕੇ ਜੇਲ੍ਹ ਵਿੱਚ ਸੁੱਟ ਦਿੱਤਾ ਤੇ ਜਹਾਂਦਾਰ ਸ਼ਾਹ ਦੇ 55 ਸਾਲਾ ਪੁੱਤਰ ਸੁਲਤਾਨ ਅਜ਼ੀਜ਼ੁਦੀਨ ਨੂੰ ਤਖਤ ਤੇ ਬਿਠਾਇਆ, ਜਿਸ ਨੇ ਅਬੁਲ ਅਦਲ ਅਜ਼ੀਜ਼ੁਦੀਨ ਮੁਹੰਮਦ ਆਲਮਗੀਰ ਦਾ ਦੂਜਾ ਦਾ ਲਕਬ ਧਾਰਨ ਕੀਤਾ। 30 ਨਵੰਬਰ 1759 ਈਸਵੀ ਨੂੰ ਉਸ ਨੂੰ ਕਤਲ ਕਰਕੇ ਵਜ਼ੀਰ ਨੇ ਮਈਉਲ ਮਿਲਤ ਨੂੰ ਬਾਦਸ਼ਾਹ ਬਣਾਇਆ, ਜੋ ਸ਼ਾਹਜਹਾਂ ਦੂਜਾ ਖਵਾਇਆ। ਦਿੱਲੀ ਵਿੱਚ ਦੂਸਰਾ ਤਾਕਤਵਰ ਆਦਮੀ ਸੀ ਪ੍ਰਧਾਨ ਸੈਨਾਪਤੀ ਨਜੀਬਉਦੌਲਾ। ਉਹਨੇ ਆਪਣੀ ਮਦਦ ਵਾਸਤੇ ਅਹਿਮਦ ਸ਼ਾਹ ਅਬਦਾਲੀ ਨੂੰ ਬੁਲਾ ਲਿਆ। ਵਜ਼ੀਰ ਨੇ ਆਪਣੀ ਮਦਦ ਵਾਸਤੇ ਮਰਾਠੇ ਸੱਦ ਲਏ। ਦਿੱਲੀ ਤੇ ਕਬਜ਼ਾ ਕਰਕੇ ਮਰਾਠਾ ਜਰਨੈਲ ਸਦਾ ਸ਼ਿਵ ਰਾਓ ਭਾਊ ਨੇ ਸ਼ਾਹਜਹਾਨ ਦੂਜੇ ਨੂੰ ਤਖਤ ਤੋਂ ਉਤਾਰ ਕੇ ਮਿਰਜ਼ਾ ਜਵਾਨ ਬਖਤ ਨੂੰ ਤਖਤ ਦਿੱਤਾ, ਜੋ ਸ਼ਾਹਜਹਾਨ ਤੀਜਾ ਬਣਿਆ। ਅਵਧ ਦੇ ਨਵਾਬ ਸਜਾਉਦੌਲਾ ਨੇ ਅਲੀ ਗੌਹਰ ਨੂੰ ਸ਼ਾਹ ਆਲਮ ਦੂਜਾ ਦਾ ਖਿਤਾਬ ਦੇ ਕੇ ਦਿੱਲੀ ਦਾ ਬਾਦਸ਼ਾਹ ਸਥਾਪਿਤ ਦਿੱਤਾ ਤੇ ਆਪ ਵਜ਼ੀਰ ਬਣ ਗਿਆ। ਇਸੇ ਦੇ ਅਹਿਦ ਵਿੱਚ ਪਾਣੀਪਤ ਦੀ ਤੀਸਰੀ ਲੜਾਈ ਹੋਈ, ਜਿਸ ਵਿੱਚ ਅਹਿਮਦ ਸ਼ਾਹ ਅਬਦਾਲੀ ਜਿੱਤ ਗਿਆ। ਦਿੱਲੀ ਤੇ ਕਬਜ਼ਾ ਕਰਕੇ ਅਬਦਾਲੀ ਨੇ ਸ਼ਾਹ ਆਲਮ ਦੂਜੇ ਨੂੰ ਬਾਦਸ਼ਾਹ ਪ੍ਰਵਾਨ ਕੀਤਾ। ਉਸ ਦੇ ਮਰਨ ਪਿੱਛੋਂ 1806 ਈਸਵੀ ਵਿੱਚ ਅਕਬਰ ਦੂਜਾ ਬਾਦਸ਼ਾਹ ਬਣਿਆ। ਉਸ ਦੇ ਪਿੱਛੋਂ ਮੁਗਲਾਂ ਦਾ ਆਖਰੀ ਬਾਦਸ਼ਾਹ ਬਹਾਦਰ ਸ਼ਾਹ ਦੂਜਾ 1837 ਈਸਵੀ ਵਿੱਚ ਤਖਤ ਤੇ ਬੈਠਾ। ਉਹ ਉਰਦੂ ਦਾ ਪ੍ਰਸਿੱਧ ਸ਼ਾਇਰ ਸੀ, ਜੋ ਜ਼ਫਰ ਤਖੱਲਸ ਰੱਖਦਾ ਸੀ। 1857 ਈਸਵੀ ਦੇ ਗਦਰ ਵਿੱਚ ਉਸ ਨੂੰ ਤਖਤ ਤੋਂ ਉਤਾਰ ਕੇ ਅੰਗਰੇਜ਼ਾਂ ਨੇ ਰੰਗੂਨ ਵਿੱਚ ਕੈਦ ਕਰ ਦਿੱਤਾ, ਜਿੱਥੇ ਉਹ 1862 ਈਸਵੀ ਵਿੱਚ ਮਰ ਗਿਆ। ਨਾਦਰ ਦਾ ਹਮਲਾ ਮੁਗਲ ਰਾਜ ਨੂੰ ਕਮਜ਼ੋਰ ਕਰਨ ਤੇ ਸਿੰਘਾਂ ਨੂੰ ਬਲਵਾਨ ਬਣਾਉਣ ਦਾ ਵਸੀਲਾ ਬਣਿਆ। ਨਾਦਰ 1688 ਈਸਵੀ ਵਿੱਚ ਖੁਰਾਸਾਨ ਅੰਦਰ ਇੱਕ ਗਰੀਬ ਘਰ ਵਿੱਚ ਜੰਮਿਆ। ਉਦੋਂ ਕੌਣ ਜਾਣਦਾ ਸੀ ਕਿ ਇਹ ਆਜ਼ੜੀ ਦਾ ਮੁੰਡਾ ਇੱਕ ਦਿਨ ਦੁਨੀਆ ਦੇ ਇਤਿਹਾਸ ਵਿੱਚ ਚਮਕੇਗਾ। ਉਸ ਨੇ ਬਚਪਨ ਅਤ ਗਰੀਬੀ ਵਿੱਚ ਗੁਜ਼ਾਰਿਆ। ਉਹ ਗੱਭਰੂ ਹੋਇਆ ਤਾਂ ਲੁਟੇਰਿਆਂ ਨਾਲ ਮਿਲ ਗਿਆ। ਨਿਡਰ ਸੁਭਾਅ ਦੇ ਕਾਰਨ ਉਹ ਆਪਣੇ ਜਥੇ ਦਾ ਆਗੂ ਬਣ ਗਿਆ। ਈਰਾਨ ਦਾ ਬਾਦਸ਼ਾਹ ਬੜਾ ਕਮਜ਼ੋਰ ਸੀ, ਸੋ ਅਫਗਾਨਾਂ ਦੇ ਬਲ ਕਰਕੇ 1717 ਵਿੱਚ ਖੁਰਾਸਾਨ ਤੇ 1721 ਈਸਵੀ ਵਿੱਚ ਈਰਾਨ ਮੰਨ ਲਿਆ। ਨਾਦਰ ਵਿੱਚ ਕੌਮੀ ਅਣਖ ਜਾਗੀ। ਉਹ ਲੁਟੇਰਿਆਂ ਦਾ ਲੀਡਰ, ਕੌਮੀ ਲੀਡਰ ਬਣ ਕੇ ਵਿਦੇਸ਼ੀ ਅਫਗਾਨਾਂ ਦੇ ਟਾਕਰੇ ਤੇ ਆਇਆ। ਉਸਨੇ ਅਫਗਾਨਾਂ ਕੋਲੋਂ ਖੁਰਾਸਾਨ ਤੇ ਕੰਧਾਰ ਖੋਹ ਲਿਆ। ਇਸ ਨੇਕ ਕੰਮ ਨੇ ਹਜ਼ਾਰਾਂ ਦੇਸ਼ ਭਗਤਾਂ ਨੂੰ ਉਹਦੇ ਝੰਡੇ ਥੱਲੇ ਇਕੱਠੇ ਕਰ ਦਿੱਤਾ। ਨਾਦਰ ਵਧੇਰੇ ਦਲੇਰੀ ਨਾਲ ਮੈਦਾਨ ਵਿੱਚ ਆਇਆ ਤੇ ਉਹਨੇ ਈਰਾਨ ਦਾ ਚੱਪਾ ਚੱਪਾ ਥਾਂ ਅਫਗਾਨਾਂ ਤੋਂ ਖਾਲੀ ਕਰਾ ਲਿਆ। ਫਿਰ ਉਸਨੇ ਈਰਾਨ ਦੇ ਪੁਰਾਣੇ ਸ਼ਾਹੀ ਘਰਾਣੇ ਵਿੱਚੋਂ ਸ਼ਾਹ ਤਹਿਮਾਸਪ ਨੂੰ ਤਖਤ ਤੇ ਬਿਠਾਇਆ। ਇਸ ਮਿਹਰਬਾਨੀ ਬਦਲੇ ਸ਼ਾਹ ਤਹਿਮਾਸਪ ਨੇ ਨਾਦਰ ਨੂੰ ਅੱਧਾ ਰਾਜ ਦੇ ਦਿੱਤਾ। ਨਾਦਰ ਆਪਣੇ ਇਲਾਕੇ ਵਿੱਚ ਪ੍ਰਬੰਧ ਕਰ ਰਿਹਾ ਸੀ ਜਾਂ ਅਫਗਾਨਾਂ ਨੇ ਫਿਰ ਸ਼ਾਹ ਤਹਿਮਾਸਪ ਨੂੰ ਮੁਲਕ ਖੋਹ ਲਿਆ। ਨਾਦਰ ਨੇ ਦੂਜੀ ਵਾਰ ਅਫਗਾਨਾਂ ਨੂੰ ਈਰਾਨ ਵਿੱਚੋਂ ਮਾਰ ਭਜਾਇਆ। ਈਰਾਨ ਦੇ ਲੋਕਾਂ ਨੇ ਨਾਦਰ ਨੂੰ ਤਖਤ ਸੰਭਾਲਣ ਵਾਸਤੇ ਕਿਹਾ, ਪਰ ਉਹਨੇ ਸ਼ਾਹ ਤਹਿਮਾਸਪ ਨੂੰ ਦੀ ਥਾਂ ਉਸਦੇ ਪੁੱਤਰ ਅਬਾਸ ਨੂੰ ਤਖਤ ਤੇ ਬਿਠਾਇਆ। ਅਬਾਸ ਉਸ ਵੇਲੇ 8 ਮਹੀਨੇ ਦਾ ਸੀ, ਸੋ ਨਾਦਰ ਉਸ ਦਾ ਮੁਖਤਿਆਰ ਬਣਿਆ। ਰਾਜ ਪ੍ਰਬੰਧ ਸਾਰਾ ਨਾਦਰ ਦੇ ਹੱਥ ਵਿੱਚ ਆ ਗਿਆ। 4 ਸਾਲ ਪਿੱਛੋਂ ਅਬਾਸ ਮਰ ਗਿਆ ਤਾਂ ਨਾਦਰ ਸ਼ਹਿਨਸ਼ਾਹ ਨਾਦਰ ਸ਼ਾਹ ਲਕਬ ਧਾਰਨ ਕਰਕੇ ਈਰਾਨ ਦਾ ਬਾਦਸ਼ਾਹ ਬਣਿਆ। ਈਰਾਨ ਵਿੱਚੋਂ ਕੱਢੇ ਹੋਏ ਅਫਗਾਨ ਵਾਪਸ ਅਫਗਾਨਿਸਤਾਨ ਆ ਵੜੇ। ਅਫਗਾਨਿਸਤਾਨ ਉਸ ਵੇਲੇ ਦਿੱਲੀ ਰਾਜ ਦਾ ਸੂਬਾ ਸੀ।
ਜੋ ਅਕਬਰ ਦੇ ਸਮੇਂ ਤੋਂ ਚੱਲਿਆ ਆਉਂਦਾ ਸੀ। 1720 ਈਸਵੀ ਤੋਂ ਉੱਥੋਂ ਦਾ ਸੂਬੇਦਾਰ ਨਾਸਿਰ ਖਾਂ ਸੀ। ਉਸ ਨੂੰ ਨਮਾਜ਼ ਪੜ੍ਹਨ ਤੋਂ ਜਿੰਨਾ ਸਮਾਂ ਬਚਦਾ ਉਹ ਸਾਰਾ ਸ਼ਿਕਾਰ ਖੇਡਣ ਵਿੱਚ ਗੁਜ਼ਾਰ ਦਿੰਦਾ। ਰਾਜ ਪ੍ਰਬੰਧ ਕਰਨ ਵਾਸਤੇ ਉਹਦੇ ਕੋਲ 1 ਮਿੰਟ ਵੀ ਨਹੀਂ ਸੀ। ਸੂਬੇ ਦਾ ਸਾਰਾ ਪ੍ਰਬੰਧ ਵਿਗੜ ਗਿਆ ਤੇ ਆਮਦਨ ਘਟ ਗਈ। ਦਿੱਲੀ ਸਰਕਾਰ ਉਹਦੇ ਖਰਚਾਂ ਵਾਸਤੇ ਹੱਥੋਂ ਕੁਛ ਦੇਣ ਲੱਗ ਪਈ। ਨਾਦਰ ਵੇਲੇ ਦਿੱਲੀ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਤੇ ਵਜ਼ੀਰ ਕਮਰੁਦੀਨ ਖਾਂ ਸੀ। ਉਹ ਦੋਵੇਂ ਭੁੱਲ ਹੀ ਗਏ ਕਿ ਸਾਡੇ ਰਾਜ ਦਾ ਅਫਗਾਨਿਸਤਾਨ ਵੀ ਕੋਈ ਸੂਬਾ ਹੈ। ਸੋ ਕਈ ਸਾਲ ਤੋਂ ਉਹਨਾਂ ਅਫਗਾਨਿਸਤਾਨ ਨੂੰ ਮਦਦ ਦੇਣੀ ਛੱਡ ਦਿੱਤੀ ਤੇ ਉੱਥੋਂ ਦੇ ਪ੍ਰਬੰਧ ਵੱਲੋਂ ਉੱਕਾ ਧਿਆਨ ਹਟਾ ਲਿਆ। 1733 ਤੋਂ 1738 ਈਸਵੀ ਤੱਕ 5 ਸਾਲ ਨਾਸਰ ਖਾਂ ਦੀਆਂ ਫੌਜਾਂ ਨੂੰ ਤਨਖਾਹ ਨਾ ਮਿਲੀ। ਫੌਜ ਦੀ ਖੁਰਾਕ ਤੇ ਹਥਿਆਰਾਂ ਵਿੱਚ ਕਮੀ ਆ ਗਈ। ਇੱਥੋਂ ਦੇ ਅਫਗਾਨਾਂ ਨੇ ਕਈ ਵਾਰ ਈਰਾਨ ਉੱਤੇ ਹਮਲਾ ਕੀਤਾ ਸੀ। ਉਸ ਦਾ ਬਦਲਾ ਲੈਣ ਵਾਸਤੇ ਮਈ 1738 ਈਸਵੀ ਵਿੱਚ ਨਾਦਰ ਸ਼ਾਹ ਅਫਗਾਨਿਸਤਾਨ ਤੇ ਚੜ੍ਹ ਆਇਆ। ਉਸਨੇ ਬਿਨਾਂ ਟਾਕਰੇ ਦੇ ਸ਼ਹਿਰ ਗਜ਼ਨੀ ਮੰਨ ਲਿਆ। ਨਾਸਰ ਖਾਂ ਉਸ ਵੇਲੇ ਪਿਸ਼ਾਵਰ ਵਿੱਚ ਸੀ। ਸੋ ਨਾਦਰ ਨੇ ਮਾਮੂਲੀ ਟਾਕਰੇ ਪਿੱਛੋਂ ਕਾਬਲ ਤੇ ਵੀ ਕਬਜ਼ਾ ਕਰ ਲਿਆ। ਇੱਥੋਂ ਉਹਨੇ ਪਿਸ਼ਾਵਰ ਤੇ ਦਿੱਲੀ ਨੂੰ ਮਿੱਤਰਤਾ ਦੇ ਖੱਤ ਭੇਜੇ, ਪਰ ਦੋਹਾਂ ਥਾਵਾਂ ਤੋਂ ਹੀ ਚੰਗਾ ਉੱਤਰ ਨਾ ਆਇਆ। ਨਾਸਰ ਖਾਂ ਨੇ 20,000 ਫੌਜ ਨਾਲ ਖੈਬਰ ਰੋਕ ਲਿਆ। ਇਹ ਖਬਰ ਸੁਣ ਕੇ ਨਾਦਰ ਨੂੰ ਅੱਗ ਲੱਗ ਗਈ। ਉਹ ਫੌਜ ਲੈ ਕੇ ਜੋਸ਼ ਵਿੱਚ ਵਧਿਆ। ਨਾਸਰ ਖਾਂ ਦੀ ਫੌਜ ਨੇ ਉਹਦਾ ਟਾਕਰਾ ਕੀ ਕਰਨਾ ਸੀ। ਉਹ ਕੰਡ ਵਿਖਾ ਕੇ ਭੱਜ ਗਈ ਤੇ ਨਾਦਰ ਨੇ 20 ਨਵੰਬਰ 1738 ਈਸਵੀ ਨੂੰ ਪਿਸ਼ਾਵਰ ਮੱਲ ਲਿਆ। ਜੇਤੂ ਜਰਨੈਲ ਦੇ ਦਿਲ ਵਿੱਚ ਸੰਤੋਖ ਨਹੀਂ ਹੁੰਦਾ, ਨਾ ਹੀ ਮੁਲਕ ਦੀਆਂ ਹੱਦਾਂ ਉਹਦੇ ਰਾਹ ਵਿੱਚ ਰੁਕਾਵਟ ਬਣਦੀਆਂ ਨੇ। ਸੋ ਪਿਸ਼ਾਵਰ ਕਬਜ਼ੇ ਵਿੱਚ ਕਰਕੇ ਨਾਦਰ ਸ਼ਾਹ 12 ਦਸੰਬਰ ਨੂੰ ਅਟਕ ਤੋਂ ਉਰਾਰ ਟੱਪ ਗਿਆ। ਲਾਹੌਰੋਂ ਉਰੇ ਉਹਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਸੀ। ਨਾ ਹੀ ਜ਼ਕਰੀਆ ਖਾਨ ਬਹਾਦਰ ਸੂਬੇਦਾਰ ਲਾਹੌਰ ਨੇ ਆਪਣੇ ਸੂਬੇ ਦੀ ਹੱਦ ਉੱਤੇ ਨਾਦਰ ਨੂੰ ਰੋਕਣ ਦੀ ਲੋੜ ਸਮਝੀ। ਉਹ ਦਿੱਲੀ ਨੂੰ ਲਿਖਦਾ ਰਿਹਾ ਕਿ ਨਾਦਰ ਦਾ ਟਾਕਰਾ ਕਰਨ ਵਾਸਤੇ ਫੌਜ ਭੇਜੋ, ਪਰ ਉੱਥੇ ਰੰਗੀਲਾ ਬਾਦਸ਼ਾਹ ਰਾਜ ਕਰਦਾ ਸੀ ਤੇ ਕਿਸੇ ਰੰਗੀਲੇ ਨੂੰ ਲੜਾਈ ਝਗੜੇ ਨਾਲ ਕੀ। ਅੰਤ ਖਾਨ ਬਹਾਦਰ ਇਕੱਲਾ ਹੀ ਰਾਵੀ ਕੰਢੇ ਨਾਦਰ ਨਾਲ ਲੜਨ ਵਾਸਤੇ ਆਇਆ। 11 ਜਨਵਰੀ 1739 ਈਸਵੀ ਨੂੰ ਪਹਿਲੀ ਮੁੱਠਭੇੜ ਵਿੱਚ ਖਾਨ ਬਹਾਦਰ ਹਾਰ ਗਿਆ। ਉਹਨੇ ਨਾਦਰ ਦੀ ਈਨ ਮੰਨ ਲਈ ਤੇ ਉਹਦੇ ਵੱਲੋਂ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਇਸ ਸਮੇਂ ਖਾਨ ਬਹਾਦਰ ਨੇ ਨਾਦਰ ਨੂੰ 20 ਲੱਖ ਰੁਪਏ ਨਜ਼ਰਾਨਾ ਦਿੱਤਾ। ਨਾਦਰ ਨੇ ਖਾਨ ਬਹਾਦਰ ਨੂੰ ਆਪਣੇ ਅਧੀਨ ਸੂਬੇਦਾਰ ਤਾਂ ਬਣਾ ਦਿੱਤਾ, ਪਰ ਉਹਦੇ ਦਿਲ ਵਿੱਚ ਇਹ ਡਰ ਜ਼ਰੂਰ ਰਿਹਾ ਕਿ ਦਿੱਲੀ ਪਤੀ ਦੀ ਲੜਾਈ ਸਮੇਂ ਉਹ ਪਿੱਛੋਂ ਬਗਾਵਤ ਨਾ ਕਰ ਦੇਵੇ। ਸੋ ਨਾਦਰ ਨੇ ਖਾਨ ਬਹਾਦਰ ਦਾ ਪੁੱਤਰ ਹਯਾਤਉੱਲਾ ਖਾਂ ਤੇ ਦੀਵਾਨ ਲਖਪਤ ਰਾਏ ਦਾ ਪੁੱਤਰ ਦਲਪਤ ਰਾਏ ਨੇਕ ਚਲਨੀ ਦੀ ਜ਼ਮਾਨਤ ਵਜੋਂ ਨਾਲ ਲੈ ਲਈ। ਹੁਣ ਉਹ ਛੇਤੀ ਤੋਂ ਛੇਤੀ ਦਿੱਲੀ ਪਹੁੰਚਣਾ ਚਾਹੁੰਦਾ ਸੀ। ਉਹ 26 ਜਨਵਰੀ ਨੂੰ ਲਾਹੌਰੋਂ ਤੁਰਿਆ। ਉਹ 5 ਫਰਵਰੀ ਨੂੰ ਸਰਹੰਦ ਜਾ ਪਹੁੰਚਿਆ। 6 ਨੂੰ ਰਾਜਪੁਰਾ, 7 ਨੂੰ ਅੰਬਾਲਾ ਤੇ 8 ਨੂੰ ਸ਼ਾਹਾਬਾਦ। ਹੁਣ ਦਿੱਲੀ ਸਰਕਾਰ ਦੀ ਤਿਆਰੀ ਬਾਰੇ ਸੁਣੋ। ਜਦ ਨਾਦਰ ਨੇ ਕਾਬਲ ਤੇ ਕਬਜ਼ਾ ਕਰ ਲਿਆ, ਬਾਦਸ਼ਾਹ ਮੁਹੰਮਦ ਸ਼ਾਹ ਨੇ ਆਪਣੇ ਜਰਨੈਲਾਂ ਨੂੰ ਨਾਦਰ ਦਾ ਟਾਕਰਾ ਕਰਨ ਦਾ ਹੁਕਮ ਦਿੱਤਾ। ਅੱਗੇ ਜਰਨੈਲ ਏਡੇ ਬਹਾਦਰ ਤੇ ਕਾਲੇ ਸਨ ਕਿ ਉਹ ਇੱਕ ਪੂਰੇ ਮਹੀਨੇ ਵਿੱਚ ਮਸਾਂ ਸ਼ਹਿਰੋਂ ਬਾਹਰ ਹੀ ਨਿਕਲੇ ਤੇ ਇੱਥੋਂ ਤੁਰ ਕੇ 2 ਮਹੀਨੇ ਵਿੱਚ ਕਰਨਾਲ ਤੱਕ ਅੱਪੜੇ। ਦਿੱਲੀ ਤੋਂ ਜਿਹੜੇ 75 ਮੀਲ ਸਨ। ਇੱਥੋਂ ਅੱਗੇ ਵਧਣਾ ਉਹਨਾਂ ਚੰਗਾ ਨਾ ਸਮਝਿਆ, ਸੋ ਇੱਥੇ ਹੀ ਮੋਰਚੇ ਬਣਾ ਲਏ। ਉਹਨਾਂ ਕੋਲ ਨਾਦਰ ਨਾਲੋਂ ਫੌਜ ਵਧੇਰੇ ਸੀ, ਤੋਪਖਾਨਾ ਤੇ ਹੋਰ ਵਸੀਲੇ ਬਥੇਰੇ ਸਨ, ਪਰ ਨਾਦਰ ਦੇ ਸਿਪਾਹੀ ਉਹਨਾਂ ਦੇ ਦਿਲਾਂ ਵਾਸਤੇ ਹਊਆ ਬਣ ਚੁੱਕੇ ਸਨ, ਜਿਸ ਦਾ ਉਹਨਾਂ ਕੋਲ ਕੋਈ ਉਪਾਅ ਨਹੀਂ ਸੀ। 13 ਫਰਵਰੀ ਮੰਗਲਵਾਰ ਨੂੰ ਕਰਨਾਲ ਦੀ ਮਾਰੂ ਲੜਾਈ ਹੋਈ। 3 ਘੰਟੇ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਦਿੱਲੀ ਦੀ ਫੌਜ ਦੇ 20,000 ਸਿਪਾਹੀ ਮਾਰੇ ਗਏ। ਬਾਕੀ ਜਿਉਂਦੇ ਹੀ ਹੌਸਲਾ ਹਾਰ ਕੇ ਮੈਦਾਨ ਛੱਡ ਗਏ। ਜਰਨੈਲਾਂ ਨੇ ਹਥਿਆਰ ਸੁੱਟ ਦਿੱਤੇ ਤੇ ਜੇਤੂ ਨਾਦਰ 9 ਮਾਰਚ ਨੂੰ ਦਿੱਲੀ ਵਿੱਚ ਦਾਖਲ ਹੋ ਗਿਆ। ਇੱਥੇ ਉਹ ਸ਼ਾਹੀ ਮਹਿਲਾਂ ਵਿੱਚ 58 ਦਿਨ ਰਿਹਾ। ਅਗਲੇ ਦਿਨ ਇਹ ਖਬਰ ਸ਼ਹਿਰ ਵਿੱਚ ਖਿਲਰ ਗਈ ਕਿ ਨਾਦਰ ਨੂੰ ਮੁਹੰਮਦ ਸ਼ਾਹ ਨੇ ਕਤਲ ਕਰ ਦਿੱਤਾ ਹੈ। ਫਿਰ ਕੀ ਸੀ? ਲੋਕ ਨਾਦਰ ਦੀ ਫੌਜ ਨੂੰ ਨਖਸਮੀ ਸਮਝ ਕੇ ਉਸ ਉੱਤੇ ਟੁੱਟ ਪਏ ਤੇ ਸੈਂਕੜੇ ਈਰਾਨੀ ਮੌਤ ਦੇ ਘਾਟ ਉਤਾਰ ਦਿੱਤੇ।
ਇਹ ਖਬਰ ਸੁਣ ਕੇ ਨਾਦਰ ਨੂੰ ਅੱਗ ਲੱਗ ਉੱਠੀ। ਉਹਨੇ ਕਤਲਾਮ ਦਾ ਹੁਕਮ ਦੇ ਦਿੱਤਾ। 9 ਘੰਟੇ ਦੇ ਸਮੇਂ ਵਿੱਚ ਹਜ਼ਾਰਾਂ ਬੰਦੇ ਕਤਲ ਕਰ ਦਿੱਤੇ ਗਏ। ਹਰ ਅਮੀਰ ਗਰੀਬ ਕੋਲੋਂ ਜੋ ਹੱਥ ਲੱਗਾ ਲੁੱਟਿਆ ਗਿਆ। ਈਰਾਨੀ ਸਿਪਾਹੀਆਂ ਨੇ ਹਜ਼ਾਰਾਂ ਹਿੰਦੀ ਦੇਵੀਆਂ ਦੀ ਪੱਤ ਲਾਹੀ। ਮੁਜ਼ੱਫਰ ਖਾਂ ਜੋ ਕਰਨਾਲ ਦੀ ਲੜਾਈ ਵਿੱਚ ਕਤਲ ਹੋਇਆ ਸੀ ਦੀਆਂ ਖੂਬਸੂਰਤ ਬੇਗਮਾਂ ਤੇ ਲੜਕੀਆਂ ਦੀ ਪੱਤ ਨਾਦਰ ਹੱਥੋਂ ਲੁੱਟੀ ਗਈ। ਨਾਦਰ ਨੇ ਆਪਣੇ ਪੁੱਤਰ ਨਸਰੁੱਲਾ ਮਿਰਜ਼ਾ ਦਾ ਵਿਆਹ ਬਾਦਸ਼ਾਹ ਮੁਹੰਮਦ ਸ਼ਾਹ ਦੀ ਲੜਕੀ ਨਾਲ ਕੀਤਾ। ਅਸਲ ਵਿੱਚ ਇਹ ਵਿਆਹ ਨਹੀਂ, ਲੁੱਟ ਦਾ ਮਾਲ ਹੀ ਸਮਝਣਾ ਚਾਹੀਦਾ। ਵਾਪਸੀ ਸਮੇਂ ਨਾਦਰ ਦਿੱਲੀ ਤੇ ਉਸਦੇ ਉਦਾਲੇ ਦੇ ਇਲਾਕੇ ਵਿੱਚੋਂ 50,000 ਲੜਕੇ ਲੜਕੀਆਂ ਗੁਲਾਮ ਬਣਾਉਣ ਵਾਸਤੇ ਕੈਦੀ ਬਣਾ ਕੇ ਨਾਲ ਲੈ ਤੁਰਿਆ। ਸਰੋਤਿਓ, ਅੱਜ ਤੱਕ ਅਸੀਂ ਇੱਥੇ ਤੱਕ ਹੀ ਪੜ੍ਹਾਂਗੇ। ਸੋ ਅਗਲੇ ਦਿਨਾਂ ਦੇ ਵਿੱਚ ਇਸੇ ਕਿਤਾਬ ਨੂੰ ਅੱਗੇ ਪੜ੍ਹਨ ਦਾ ਯਤਨ ਕਰਾਂਗੇ। ਕਿਤਾਬ ਦਾ ਨਾਮ ਹੈ ਸਿੱਖ ਰਾਜ ਕਿਵੇਂ ਬਣਿਆ ਤੇ ਲੇਖਕ ਨੇ ਗਿਆਨੀ ਸੋਹਣ ਸਿੰਘ ਸੀਤਲ। ਸਰੋਤਿਓ, ਤੁਸੀਂ ਆਪਣੇ ਸੁਝਾਅ ਤੇ ਆਪਣੇ ਸਵਾਲ ਰੇਡੀਓ ਵਾਇਸ ਆਫ ਖਾਲਸਾ ਦੇ ਫੇਸਬੁੱਕ ਪੇਜ ਤੇ ਭੇਜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਜੀ ਰੇਡੀਓ ਵਾਇਸ ਆਫ ਖਾਲਸਾ ਦੇ ਨਾਮ ਤੋਂ। ਰੇਡੀਓ ਵਾਇਸ ਆਫ ਖਾਲਸਾ ਦੇ ਫੇਸਬੁੱਕ ਪੇਜ ਦੇ ਇਨਬਾਕਸ ਦੇ ਵਿੱਚ ਤੁਸੀਂ ਆਪਣੇ ਸਵਾਲ ਤੇ ਸੁਝਾਅ ਭੇਜ ਸਕਦੇ ਹੋ। ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਦਾ ਹੈ, ਆਪਣੇ ਵਿਊ ਜਿਹੜੇ ਨੇ ਉਹ ਵੀ ਸਾਨੂੰ ਜ਼ਰੂਰ ਭੇਜੋ। ਸੋ ਸਰੋਤਿਓ, ਅੱਜ ਦੇ ਲਈ ਇੰਨਾ ਹੀ। ਤੁਸੀਂ ਸੁਣਦੇ ਰਹੋ ਰੇਡੀਓ ਵਾਇਸ ਆਫ ਖਾਲਸਾ। ਮੈਨੂੰ ਜਣੀ ਜਰਨੈਲ ਸਿੰਘ ਚੱਕਰ ਹੁੰਦੇ ਹੋ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।